ਕੈਨੇਡਾ US ਬਾਰਡਰ ਤੋਂ 1.5 ਟਨ ਜਿਹੜਾ ਮੈਰੋਆਨਾ ਆ ਭੰਗ ਫੜੀ ਗਈ ਆ ਇੱਕ ਟਰੱਕ ਦੇ ਵਿੱਚ। ਜਿਹੜਾ ਟਰੱਕ ਕੇ ਅਮਰੀਕਾ ਦੇ ਵਿੱਚ ਜਾ ਰਿਹਾ ਸੀ ਕੈਨੇਡਾ ਤੋਂ। ਬਾਰਡਰ ਅਫੀਸ਼ੀਅਲਸ ਜਿਹੜੇ ਹੈਗੇ ਆ ਉਹਨਾਂ ਨੇ ਵਿਅਕਤੀ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ, ਉਹਦੀ ਉਮਰ 30 ਸਾਲ ਆ ਤੇ ਇਹ ਇੰਨੀ ਸਾਰੀ ਜਿਹੜੀ ਭੰਗ ਆ 1.5 ਟਨ ਪਤਾ ਨਹੀਂ ਕਿੰਨੇ ਮਿਲੀਅਨਸ ਦੀ 5 ਮਿਲੀਅਨ ਦੀ ਸ਼ਾਇਦ ਦੱਸਦੇ ਆ। ਇਹ ਭੰਗ ਉਹ ਵਿਅਕਤੀ ਲੈ ਕੇ ਜਾ ਰਿਹਾ ਸੀ। ਕਹਿੰਦੇ ਵੀ 10 ਸਾਲ ਦੀ ਜੇਲ੍ਹ ਉਹਨੂੰ ਹੋ ਸਕਦੀ ਹੈ। ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਇੱਕ ਮਠਿਆਈਆਂ ਦੀ ਦੁਕਾਨ ਦੇ ਉੱਤੇ ਪਤਾ ਲੱਗਿਆ ਕਿ ਇਹ COVID-19 ਦੇ ਕੁਝ ਕੇਸ ਆਏ ਸੀ ਕੁਝ ਚਿਰ ਪਹਿਲਾਂ, ਪਰ ਉਹ ਦੁਕਾਨ ਅਜੇ ਵੀ ਖੁੱਲ੍ਹੀ ਆ। ਲੱਗਦਾ ਸਰਕਾਰ ਜਿਹੜੀ ਆ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਇਹਦੇ ਨਾਲ ਜੋ ਕੁਛ ਇਹਦਾ ਪ੍ਰਭਾਵ ਹੈਗਾ ਆ ਕਿ ਐਡੀ ਇਹ ਹੁਣ ਵਾਇਰਸ ਗੱਲ ਨਹੀਂ ਰਹੀ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕੁਝ ਗੱਲਾਂ ਬਾਤਾਂ ਕਰਾਂਗੇ, ਕੁਝ ਅਸੀਂ ਤੁਹਾਡੇ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਸਾਂਝੀਆਂ ਕਰਨੀਆਂ। ਸਾਡੇ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਅਮਰੀਕਾ ਦੇ ਵਿੱਚ ਕੀ ਹੋ ਰਿਹਾ, ਦੁਨੀਆ ਦੇ ਵਿੱਚ ਕੀ ਹੋ ਰਿਹਾ, ਖਾਸ ਕਰ COVID-19 ਬਾਰੇ ਕੀ ਖਬਰਸਾਰ ਆ ਰਹੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਤੇ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਡਾਕਟਰ ਪ੍ਰਗਟ ਸਿੰਘ ਭੁਰ ਜੀ ਖਾਸ ਤੌਰ ਤੇ ਸਾਡੇ ਨਾਲ ਜੁੜਨਗੇ। ਉਹਨਾਂ ਦੇ ਨਾਲ ਅਸੀਂ ਕੁਝ ਖਾਸ ਗੱਲਾਂ ਬਾਤਾਂ ਕਰਨੀਆਂ ਆ ਅੱਜ ਡਾਈਜੈਸ਼ਨ ਦੇ ਉੱਤੇ, ਪਾਚਨ ਕਿਰਿਆ ਦੇ ਉੱਤੇ। ਅਸੀਂ ਉਹਨਾਂ ਨਾਲ 2-4 ਪ੍ਰੋਗਰਾਮ ਜਿਹੜੇ 4 ਪ੍ਰੋਗਰਾਮ ਘੱਟੋ ਘੱਟ ਇਹਦੇ ਉੱਤੇ ਕਰਨੇ ਆ ਕਿ ਚੀਜ਼ਾਂ ਪਚਦੀਆਂ ਕਿੱਦਾਂ ਆ, ਬਾਏ ਕੀ ਹੁੰਦੀ ਆ, ਕਬਜ਼ ਕੀ ਹੁੰਦੀ ਆ, ਪਾਚਨ ਪ੍ਰਣਾਲੀ ਚੱਲਦੀ ਕਿੱਦਾਂ ਆ, ਪਾਣੀ ਰੋਟੀ ਤੋਂ ਬਾਅਦ ਪੀਣਾ ਚਾਹੀਦਾ ਜਾਂ ਪਹਿਲਾਂ ਪੀਣਾ ਚਾਹੀਦਾ, ਕਿਹੜੇ ਵੇਲੇ ਕੀ ਖਾਣਾ ਚਾਹੀਦਾ। ਇਹ ਸਾਰੀਆਂ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਆ, ਸਾਡੇ ਪਾਚਨ ਕਿਰਿਆ ਦੇ ਨਾਲ ਜਿਹੜੀਆਂ ਸੰਬੰਧਿਤ ਗੱਲਾਂ, ਇਹਦੇ ਬਾਰੇ ਮਿਥਸ ਆ, ਇਹ ਅਸੀਂ ਅੱਜ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਜਾਣਕਾਰੀ ਲੈਣੀ ਆ। ਸੋ ਕੁਝ ਖਬਰਾਂ ਸ਼ੁਰੂ ਕਰਦੇ ਹਾਂ ਅਸੀਂ ਆਪਣੇ ਇੱਥੋਂ ਸਰੀ ਤੋਂ, ਜਿੱਥੇ ਦੋਸਤੋ ਹੁਣ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਸਾਰਾ ਕੁਝ ਖੁੱਲ੍ਹ ਗਿਆ, ਸਾਰਾ ਕੁਝ ਜਿਹੜਾ ਠੀਕ ਠਾਕ ਹੋ ਗਿਆ, ਪਰ ਫਿਰ ਵੀ ਕਿਤੇ ਨਾ ਕਿਤੇ COVID-19 ਦੇ ਕੇਸਿਸ ਆ ਰਹੇ ਆ। ਸਰੀ ਦੇ ਵਿੱਚ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਇੱਕ ਮਠਿਆਈਆਂ ਦੀ ਦੁਕਾਨ ਦੇ ਉੱਤੇ ਪਤਾ ਲੱਗਿਆ ਕਿ ਇਹ COVID-19 ਦੇ ਕੁਝ ਕੇਸ ਆਏ ਸੀ ਕੁਝ ਚਿਰ ਪਹਿਲਾਂ, 7 ਤਰੀਕ ਤੋਂ ਪਹਿਲਾਂ 5, 6, 7 ਇੱਥੇ 1 ਜੂਨ ਦੇ ਵਿੱਚ ਫਰੇਜ਼ਰ ਹੈਲਥ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਜਿਹੜੇ ਉੱਥੇ ਕੰਮ ਕਰਦੇ ਆ ਇੱਧਰ ਉੱਧਰ ਹੈਗੇ ਆ ਉਹ ਥੋੜ੍ਹਾ ਜਿਹਾ ਵਿਚਾਰ ਰੱਖਣ ਜਾਂ ਉਹਨਾਂ ਨੂੰ ਪਤਾ ਹੋਵੇ। ਸੋ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਇੱਕ ਮਠਿਆਈ ਦੀ ਦੁਕਾਨ ਦੇ ਉੱਤੇ ਜਦੋਂ ਇਹ ਕੇਸ ਆਏ ਆ ਤਾਂ ਇਹਨੇ ਇੱਕ ਵਾਰੀ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ, ਪਰ ਉਹ ਦੁਕਾਨ ਅਜੇ ਵੀ ਖੁੱਲ੍ਹੀ ਆ। ਲੱਗਦਾ ਸਰਕਾਰ ਜਿਹੜੀ ਆ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਇਹਦੇ ਨਾਲ ਜੋ ਕੁਛ ਇਹਦਾ ਪ੍ਰਭਾਵ ਹੈਗਾ ਆ ਕਿ ਐਡੀ ਇਹ ਹੁਣ ਵਾਇਰਸ ਗੱਲ ਨਹੀਂ ਰਹੀ। ਆਮ ਹਾਲਤਾਂ ਦੇ ਵਿੱਚ ਹੁੰਦਾ ਤਾਂ ਲੋਕਾਂ ਨੇ ਡਰ ਜਾਣਾ ਸੀ ਇਸ ਚੀਜ਼ ਤੋਂ। ਇਹ ਇੱਕ ਲੋਕਲ ਅੱਜ ਖਬਰ ਕਾਫੀ ਜਿਹੜੀ ਚਰਚਾ ਦੇ ਵਿੱਚ ਰਹੀ ਆ ਕਿ ਇੱਕ ਸਵੀਟ ਸ਼ਾਪ ਦੇ ਉੱਤੇ ਜਿਹੜਾ ਇਹ COVID-19 ਦੇ ਕੁਛ ਚਿਰ ਪਹਿਲਾਂ ਕੇਸਿਸ ਪਾਏ ਗਏ। ਅੱਜ ਫਰੇਜ਼ਰ ਹੈਲਥ ਨੇ ਉਹਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਦੋਸਤੋ ਕੱਲ੍ਹ ਅਸੀਂ ਗੱਲਬਾਤ ਕੀਤੀ ਸੀ ਬਾਰਡਰ ਬਾਰੇ, US ਕੈਨੇਡਾ ਬਾਰਡਰ ਅਸੀਂ ਗੱਲ ਕੀਤੀ ਸੀ ਕਿ 1 ਮਹੀਨੇ ਲਈ ਬੰਦ ਹੋ ਗਏ ਆ ਜਿਹੜਾ, ਪਰ ਅੱਜ ਇੱਕ ਉਸ ਬਾਰਡਰ ਨਾਲ ਸੰਬੰਧਿਤ ਖਬਰ ਆ ਰਹੀ ਆ ਕਿ ਉਹ ਇਸ ਕੈਨੇਡਾ US ਬਾਰਡਰ ਤੋਂ 1.5 ਟਨ ਜਿਹੜਾ ਮੈਰੋਆਨਾ ਆ ਭੰਗ ਫੜੀ ਗਈ ਆ ਇੱਕ ਟਰੱਕ ਦੇ ਵਿੱਚ। ਜਿਹੜਾ ਟਰੱਕ ਕੇ ਅਮਰੀਕਾ ਦੇ ਵਿੱਚ ਜਾ ਰਿਹਾ ਸੀ ਕੈਨੇਡਾ ਤੋਂ। ਬਾਰਡਰ ਅਫੀਸ਼ੀਅਲਸ ਜਿਹੜੇ ਹੈਗੇ ਆ ਉਹਨਾਂ ਨੇ ਵਿਅਕਤੀ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ, ਉਹਦੀ ਉਮਰ 30 ਸਾਲ ਆ ਤੇ ਇਹ ਇੰਨੀ ਸਾਰੀ ਜਿਹੜੀ ਭੰਗ ਆ 1.5 ਟਨ ਪਤਾ ਨਹੀਂ ਕਿੰਨੇ ਮਿਲੀਅਨਸ ਦੀ 5 ਮਿਲੀਅਨ ਦੀ ਸ਼ਾਇਦ ਦੱਸਦੇ ਆ। ਇਹ ਭੰਗ ਉਹ ਵਿਅਕਤੀ ਲੈ ਕੇ ਜਾ ਰਿਹਾ ਸੀ, ਫੜਿਆ ਗਿਆ। ਹੁਣ ਉਹਦੇ ਤੋਂ ਬਾਅਦ ਉਹਦੇ ਚਾਰਜਸ ਲੱਗਣੇ ਆ ਇਹ ਭੰਗ ਮਤਲਬ ਇੰਪੋਰਟ ਕਰਨ ਦੇ ਇਲੀਗਲ ਤਰੀਕੇ ਦੇ ਨਾਲ, ਔਰ ਉਹਦੇ ਤੋਂ ਬਾਅਦ ਜਿਹੜਾ ਜੇ ਉਹਦੇ ਉੱਤੇ ਇਹ ਚਾਰਜਸ ਜਿਹੜੇ ਆ ਉਹਦੀ ਕਨਵਿਕਸ਼ਨ ਹੁੰਦੀ ਆ ਤਾਂ ਕਹਿੰਦੇ ਵੀ 10 ਸਾਲ ਦੀ ਜੇਲ੍ਹ ਉਹਨੂੰ ਹੋ ਸਕਦੀ ਆ। ਇਹ ਅੰਦਾਜ਼ਾ ਲਾਇਆ ਜਾ ਰਿਹਾ। ਸੋ ਜਿਹੜਾ ਬਾਰਡਰ ਦੇ ਉੱਤੇ ਇਸ ਵਿਅਕਤੀ ਦਾ ਅੰਟੈਰੀਓ ਦੇ ਵਿੱਚ ਫੜਿਆ ਜਾਣਾ ਇੰਨੀ ਸਾਰੀ ਭੰਗ ਦੇ ਨਾਲ ਇੱਕ ਕਾਫੀ ਅਲਾਰਮਿੰਗ ਜਿਹੜੀ ਚੀਜ਼ ਹੈਗੀ, ਔਰ ਜ਼ਿਆਦਾ ਸਖਤੀ ਉੱਥੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਅਫੀਸ਼ੀਅਲਸ ਨੇ। ਪਰ ਜਿੱਦਾਂ ਕਿ ਪਹਿਲਾਂ ਤੁਹਾਨੂੰ ਪਤਾ ਕਿ ਚੈਕਿੰਗ ਓਨੀ ਜ਼ਿਆਦਾ ਨਹੀਂ ਹੋ ਸਕਦੀ, ਪਰ ਫਿਰ ਵੀ ਕੋਸ਼ਿਸ਼ ਕਰ ਰਹੇ ਆ ਕਿ ਹਰ ਇੱਕ ਟਰੱਕ ਨੂੰ ਚੈੱਕ ਕੀਤਾ ਜਾਵੇ। ਇੱਕ ਹੋਰ ਖਬਰ ਦੋਸਤੋ NDP ਲੀਡਰ ਜਗਮੀਤ ਸਿੰਘ ਬਾਰੇ ਆ। ਸਰਦਾਰ ਜਗਮੀਤ ਸਿੰਘ ਹੋਣਾ ਬਾਰੇ ਤੁਸੀਂ ਜਾਣਦੇ ਹੋ ਕਿ ਪਹਿਲਾਂ ਚਰਚਾ ਦੇ ਵਿੱਚ ਰਹੇ ਆ ਜਦੋਂ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੂੰ ਜਿਹੜੀ ਇਹ ਸਰਬ ਸੀ ਇਹਦੀ ਮਿਆਦ ਵਧਾਉਣ ਦੀ ਗੱਲ ਕੀਤੀ ਸੀ ਕਿ ਇਹਨੂੰ ਵਧਾਓ ਥੋੜ੍ਹਾ ਜਿਹਾ, ਹੋਰ ਲੋਕਾਂ ਨੂੰ ਲੋੜ ਆ, ਉਦੋਂ ਚਰਚਾ ਦੇ ਵਿੱਚ ਆਏ ਸੀ। ਹੁਣ ਇੱਕਦਮ ਥੋੜ੍ਹੇ ਚਿਰ ਬਾਅਦ ਇਹ ਦੂਜੀ ਵਾਰੀ ਚਰਚਾ ਦੇ ਵਿੱਚ ਆਏ ਆ।
ਬਲਾਕ ਕੁਕਵਾ ਦੇ ਇੱਕ ਮੈਂਬਰ ਪਾਰਲੀਮੈਂਟ ਨੂੰ ਉਹਨਾਂ ਨੇ ਰੇਸਿਸਟ ਕਹਿ ਦਿੱਤਾ। ਸੋ ਇਹ ਜਿਹੜੀ ਇੱਕ ਜਦੋਂ ਕਿ ਜਿਹੜੇ ਨਿਊ ਡੈਮੋਕ੍ਰੈਟ ਦਾ ਜਿਹੜਾ ਮੋਸ਼ਨ ਸੀਗਾ RCMP ਡਿਸਕ੍ਰਿਮੀਨੇਸ਼ਨ ਦੇ ਉੱਤੇ ਜਿਹੜਾ ਇਹ ਇੱਕ ਮੋਸ਼ਨ ਸੀਗਾ, ਉਹਦੇ ਸੰਬੰਧ ਦੇ ਵਿੱਚ ਜਦੋਂ ਗੱਲਬਾਤ ਕਰ ਰਹੇ ਸੀ ਹਾਊਸ ਆਫ ਕਾਮਨਸ ਦੇ ਵਿੱਚ ਗੱਲਬਾਤ ਹੋ ਰਹੀ ਸੀ ਇੱਕ ਦੂਜੇ ਦੇ ਨਾਲ, ਤਾਂ ਮਿਸਟਰ ਜਗਮੀਤ ਸਿੰਘ ਨੇ ਉਹਨਾਂ ਨੂੰ ਰੇਸਿਸਟ ਕਹਿ ਦਿੱਤਾ ਇੱਕ ਮੈਂਬਰ ਪਾਰਲੀਮੈਂਟ ਨੂੰ। ਇਹਦੇ ਤੋਂ ਬਾਅਦ ਸਰਦਾਰ ਜਗਮੀਤ ਸਿੰਘ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮਾफ़ੀ ਮੰਗੋ, ਪਰ ਸਰਦਾਰ ਜਗਮੀਤ ਸਿੰਘ ਹੁਣੀ ਇਸ ਗੱਲ ਤੋਂ ਨਾ ਕਰ ਦਿੱਤੀ। ਉਹ ਕਹਿੰਦੇ ਜੋ ਮੈਂ ਕਿਹਾ ਉਹ ਸਹੀ ਕਿਹਾ, ਮੈਂ ਮਾफ़ੀ ਨਹੀਂ ਮੰਗਣੀ। ਇਹ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਸਪੀਕਰ ਨੇ ਹੁਕਮ ਦੇ ਦਿੱਤਾ ਕਿ ਤੁਸੀਂ ਹਾਊਸ ਨੂੰ ਛੱਡ ਕੇ ਬਾਹਰ ਚਲੇ ਜਾਓ ਅੱਜ ਦੇ ਦਿਨ ਦੇ ਲਈ। ਸੋ ਇਹ ਖਬਰ ਕਾਫੀ ਚਰਚਾ ਦੇ ਵਿੱਚ ਰਹੀ ਆ ਸਰਦਾਰ ਜਗਮੀਤ ਸਿੰਘ ਹੋਣਾ ਦੇ ਬਾਰੇ, ਜਦੋਂ ਕਿ ਇਸ ਵੇਲੇ ਪੂਰਾ ਰੇਸਿਜ਼ਮ ਦਾ ਮੁੱਦਾ ਦੁਨੀਆ ਦੇ ਵਿੱਚ ਭਖਿਆ ਆ, ਜਦੋਂ ਕਿ ਸਾਰੇ ਲੋਕ ਮੰਨ ਰਹੇ ਆ, ਆਫੀਸ਼ੀਅਲਸ ਵੀ ਮੰਨ ਰਹੇ ਆ ਕਿ ਜਿਹੜਾ ਸਿਸਟੈਮਿਕ ਰੇਸਿਜ਼ਮ ਆ ਜਿਹੜਾ ਉਹ ਪੂਰੇ ਦਾ ਪੂਰਾ ਹੈਗਾ ਆ ਇੱਥੇ। ਉਹਦੇ ਉੱਤੇ ਜਦੋਂ ਹੁਣ ਸਰਦਾਰ ਜਗਮੀਤ ਸਿੰਘ ਹੁਣੀ ਇਹ ਗੱਲ ਕਹੀ ਆ ਤਾਂ ਇਹਨੇ ਕਾਫੀ ਚਰਚਾ ਛੇੜ ਦਿੱਤੀ ਆ ਕਿ ਉਹਨਾਂ ਨੂੰ ਅੱਜ ਹਾਊਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਜਦੋਂ ਦੋਸਤੋ ਅਸੀਂ ਇਹਦੀ ਗੱਲਬਾਤ ਕਰਦੇ ਹਾਂ ਕਿ ਰੇਸਿਜ਼ਮ ਆ, ਪਿੱਛੇ ਤੁਸੀਂ ਜੋ ਕੁਝ ਦੁਨੀਆ ਦੇ ਵਿੱਚ ਵਾਪਰਿਆ ਉਹ ਵੀ ਦੇਖਿਆ। ਜਿੱਦਾਂ ਜਿੱਦਾਂ ਕੋਵਿਡ-19 ਦਾ ਪ੍ਰਕੋਪ ਚੱਲ ਰਿਹਾ, ਕੁਝ ਡਾਟੇ ਸਾਹਮਣੇ ਆ ਰਹੇ ਆ। ਇੱਕ ਨਵਾਂ ਡਾਟਾ ਅਮਰੀਕਾ ਦੇ ਵਿੱਚ ਸਾਹਮਣੇ ਆਇਆ, ਉਹ ਦੱਸਦੇ ਆ ਕਿ ਜਿਹੜੇ ਐਟਲਾਂਟਾ ਦੇ ਵਿੱਚ ਜਿੰਨੇ ਪੇਸ਼ੈਂਟ ਐਡਮਿਟ ਹੋਏ ਆ ਕੋਵਿਡ-19 ਤੋਂ, ਹਸਪੀਟਲਾਈਜ਼ ਹੋਏ ਆ, ਉਹਨਾਂ ਵਿੱਚੋਂ 80% ਜਿਹੜੇ ਉਹ ਬਲੈਕ ਨੇ। 80% ਐਟਲਾਂਟਾ ਦੇ ਵਿੱਚ। ਤੁਸੀਂ ਸੋਚ ਕੇ ਦੇਖੋ ਕਿ ਇਹ ਕੋਵਿਡ-19 ਰੇਸਿਸ ਦੇ ਉੱਤੇ ਵੀ ਇਹਦਾ ਅਸਰ ਹੋ ਰਿਹਾ, ਕੁਝ ਲੋਕਾਂ ਦੇ ਉੱਤੇ ਵੀ, ਕਿਹਦੇ ਉੱਤੇ ਕੀ ਅਸਰ ਹੋਣਾ, ਕੀ ਅਸਰ ਨਹੀਂ ਹੋਣਾ। ਇਹ ਵੀ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਿਹੜੀ ਹੈਗੀ ਆ, ਉਹਨਾਂ ਨੇ ਦੱਸੀ ਆ। ਉਹ ਕਹਿੰਦੇ 1,15,000 ਦੇ ਕਰੀਬ ਇਸ ਵੇਲੇ ਪੂਰੇ ਅਮਰੀਕਾ ਦੇ ਵਿੱਚ ਮੌਤ ਹੋ ਚੁੱਕੀ ਆ ਕਰੋਨਾ ਵਾਇਰਸ ਦੇ ਨਾਲ। ਔਰ ਜਿਹੜੇ ਉਹਨਾਂ ਦੇ ਡਾਟੇ ਇਹ ਦੱਸਦੇ ਆ ਕਿ ਜਿਹੜੇ ਇਹ ਸਿਆਹ ਰੰਗ ਦੇ ਲੋਕ ਆ, ਇਹ ਪੂਰੇ ਅਮਰੀਕਾ ਦੇ ਵਿੱਚ 13% ਆ। 13% ਇਹਨਾਂ ਦੀ ਪਾਪੂਲੇਸ਼ਨ ਮੰਨੀ ਜਾਂਦੀ ਆ। ਤੇ ਪਰ ਜਿਹੜਾ ਕਰੋਨਾ ਵਾਇਰਸ ਦੇ ਵਿੱਚ ਜੇਕਰ ਇਹਨਾਂ ਦੀ ਗਿਣਤੀ ਮੰਨੋ ਤਾਂ 24% ਹੋ ਜਾਂਦੀ ਆ। ਸੋ ਦੁੱਗਣਾ, ਜੇ 13% ਪੂਰੇ ਅਮਰੀਕਾ ਦੇ ਵਿੱਚ ਹੈਗਾ ਤਾਂ 13% ਨੂੰ ਹੀ ਹੋਣਾ ਚਾਹੀਦਾ ਸੀ ਇਹ ਕੋਵਿਡ-19। ਪਰ ਜਦੋਂ ਕੋਵਿਡ-19 ਦੇ ਕੇਸ ਦੇਖਦੇ ਆ ਤਾਂ ਕਹਿੰਦੇ ਇਹ 24% ਆ। ਹੁਣ ਇਹਨੂੰ ਕਿਸ ਤਰ੍ਹਾਂ ਇਹ ਡੈਥ ਰੇਟ ਨੂੰ ਰਿਲੇਟ ਕਰ ਰਹੇ ਆ ਇਹਦੇ ਦੇ ਨਾਲ, ਇਹ ਵੀ ਇੱਕ ਬੜਾ ਜਦੋਂ ਇਹਨਾਂ ਨੇ ਜਿਹੜਾ ਕੋਵਿਡ ਰੇਸ਼ੀਅਲ ਡਾਟਾ ਟਰੈਕਰ ਆ ਉਹਨੂੰ ਰਿਲੀਜ਼ ਕੀਤਾ ਕੋਵਿਡ-19 ਦੇ ਸੰਬੰਧ ਦੇ ਵਿੱਚ, ਤਾਂ ਇਹ ਬਹੁਤ ਸਾਰੇ ਗੱਲਾਂ ਸਾਹਮਣੇ ਆ ਰਹੀਆਂ। ਨੋਵਾ ਸਕੋਸ਼ੀਆ ਦੇ ਵਿੱਚੋਂ ਦੋਸਤੋ ਜਿਹੜਾ ਕੈਨੇਡਾ ਦਾ ਪ੍ਰੋਵਿੰਸ ਆ, ਉੱਥੋਂ ਇੱਕ ਖਬਰ ਆ ਰਹੀ ਹੈ ਨਰਸਿਸ ਦੇ ਬਾਰੇ। ਨਰਸਿਸ ਦੇ ਬਾਰੇ ਉਹ ਇਹ ਦੱਸ ਰਹੇ ਆ ਕਿ ਇਹ ਜਿਹੜੀਆਂ ਨਰਸਾਂ ਨੇ, ਇਹਨਾਂ ਦੀ ਇੱਕ ਯੂਨੀਅਨ ਮੰਗ ਕਰ ਰਹੀ ਆ ਕਿ ਸਾਡੀ ਤਨਖਾਹ ਵਧਾਈ ਜਾਵੇ ਔਰ ਵੱਡਾ ਇੱਕ ਇਹਦੇ ਵਿੱਚ ਵਾਧਾ ਕੀਤਾ ਜਾਵੇ। ਉਹਦਾ ਕਾਰਨ ਕੀ ਆ ਕਿ ਉਹ ਕਹਿੰਦੇ ਅਸੀਂ ਫਰੰਟ ਲਾਈਨ ਦੇ ਉੱਤੇ ਲੜ ਰਹੇ ਹਾਂ, ਅਸੀਂ ਸਭ ਤੋਂ ਵੱਧ ਜਾਨ ਜ਼ੋਖਮ ਦੇ ਵਿੱਚ ਪਾਈ ਆ। ਬਾਕੀ ਜਿਹੜੀ ਦੁਨੀਆ ਵਿਹਲੀ ਬੈਠੀ ਆ, ਜਿਨ੍ਹਾਂ ਨੂੰ ਕੰਮ ਨਹੀਂ ਸੀ, ਤੁਸੀਂ ਉਹਨਾਂ ਦੀ ਵੀ ਮਦਦ ਕਰ ਦਿੱਤੀ, ਸਾਰਿਆਂ ਦੀ ਮਦਦ ਕਰ ਦਿੱਤੀ। ਜਿਹੜੀਆਂ ਖਾਸ ਤੌਰ ਦੇ ਉੱਤੇ ਉੱਥੇ ਦੀਆਂ ਸਾਰੀਆਂ ਲਾਇਸੈਂਸਡ ਪ੍ਰੈਕਟੀਕਲ ਨਰਸਿਸ ਨੇ, ਉਹਨਾਂ ਨੇ ਗੱਲ ਕਹੀ ਆ ਕਿ ਸਾਨੂੰ ਤਨਖਾਹ ਜਿਹੜੀ ਵਧਾ ਦਿੱਤੀ ਜਾਵੇ। ਹੈਲੀਫੈਕਸ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਕਿ ਜਿਹੜੀ 12% ਉਹਨਾਂ ਨੇ ਵਾਧਾ ਕੀਤਾ ਹੈ, ਅਤੇ ਇਹ ਵੀ ਵਾਧੇ ਦੀ ਮੰਗ ਕਰ ਰਹੀਆਂ ਨਰਸਿਸ ਕਿ ਸਾਡੀ ਤਨਖਾਹ ਵਧਾਈ ਜਾਵੇ ਤਾਂ ਕਿ ਸਾਨੂੰ ਵੀ ਕੁਝ ਥੋੜ੍ਹਾ ਜਿਹਾ ਰਿਵਾਰਡ ਇਸ ਚੀਜ਼ ਦਾ ਮਿਲ ਸਕੇ। ਅਲਬਰਟਾ ਤੋਂ ਇੱਕ ਖਾਸ ਖਬਰ ਸਾਡੇ ਕੋਲ ਆ ਰਹੀ ਆ। ਤੁਹਾਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਕਿਰਾਏ ਮਾਫ ਕੀਤੇ ਗਏ ਕਿ ਕਿਹੜਾ ਤੁਸੀਂ ਜਿਹੜਾ ਕਿਰਾਇਆ ਨਹੀਂ ਵੀ ਦੇ ਸਕਦੇ ਤਾਂ ਕੋਈ ਗੱਲ ਨਹੀਂ। ਜਿਹੜੇ ਰੈਜ਼ੀਡੈਂਸ਼ੀਅਲ ਸੀਗੇ ਉਹਨਾਂ ਦੇ, ਉਹਦੇ ਨਾਲ ਕਮਰਸ਼ੀਅਲਸ ਦੇ। ਹੁਣ ਇੱਕ ਕਮਰਸ਼ੀਅਲ ਟੀਨੈਂਟਸ ਜਿਹੜਾ ਅਲਬਰਟਾ ਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਕਿ ਇਹ ਕਿਰਾਏਦਾਰ, ਜੇ ਇਹਨਾਂ ਕੋਲੇ ਪੈਸੇ ਹੈ ਨਹੀਂ, ਇਹ ਮਾਲਕ ਨੂੰ, ਕਮਰਸ਼ੀਅਲ ਜਿਹੜੇ ਕਿਰਾਏਦਾਰ ਆ, ਨਹੀਂ ਵੀ ਦਿੰਦੇ ਤਾਂ 31 ਅਗਸਤ ਤੱਕ ਤੁਸੀਂ ਉਹਨਾਂ ਨੂੰ, ਅਗਸਤ ਦੇ ਆਖਰ ਤੱਕ ਤੁਸੀਂ ਉਹਨਾਂ ਨੂੰ ਕੱਢ ਨਹੀਂ ਸਕਦੇ। ਇਹ ਇੱਕ ਉਹਨਾਂ ਦਾ ਬਿੱਲ 23 ਆ ਜਿਹੜਾ ਕਮਰਸ਼ੀਅਲ ਟੀਨੈਂਟਸ ਪ੍ਰੋਟੈਕਸ਼ਨ ਐਕਟ ਹੈਗਾ ਆ, ਇਹ ਟੇਬਲ ਕੀਤਾ ਗਿਆ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਟਿਊਜ਼ਡੇ ਕੱਲ੍ਹ, ਅਤੇ ਹੁਣ ਇਹਦੇ ਉੱਤੇ ਜਿਹੜੀ ਆ ਫਸਟ ਰੀਡਿੰਗ ਇਹਦੀ ਹੋਈ ਆ। ਹੋਰ ਸਾਰੀਆਂ ਗੱਲਾਂ ਬਾਤਾਂ ਚੱਲ ਰਹੀਆਂ, ਪਰ ਮੰਗ ਇਹ ਆ, ਇਹ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਵੀ ਲੋਕ ਕਮਰਸ਼ੀਅਲ ਕਿਰਾਏ ਦੀ ਬਿਲਡਿੰਗ ਦੇ ਵਿੱਚ ਰਹਿੰਦੇ ਆ, ਬਿਜ਼ਨਸ ਕਰਦੇ ਆ, ਪਰ ਉਹ ਨਹੀਂ ਕਿਰਾਇਆ ਦੇ ਸਕਦੇ, ਤਾਂ ਉਹਨਾਂ ਨੂੰ ਤੁਸੀਂ ਉਸ ਥਾਂ ਦੇ ਉੱਤੋਂ ਅਗਸਤ ਦੇ ਆਖਰ ਤੱਕ ਕੱਢ ਨਹੀਂ ਸਕਦੇ। ਉਹ ਲੋਕ ਜਿਹੜੇ ਕਮਰਸ਼ੀਅਲ ਕਿਰਾਏਦਾਰ ਆ,
ਔਰ ਉਹਨਾਂ ਦੀ 25% ਤੋਂ ਜ਼ਿਆਦਾ ਜਾਂ 25% ਜਿਹੜੀ ਇਨਕਮ ਆ ਜਾਂ ਰੈਵਨਿਊ ਆ ਜਿਹੜਾ ਉਹ ਘਟ ਗਿਆ ਹੈ ਕੋਵਿਡ-19 ਕਰਕੇ, ਜਾਂ ਉਹਨਾਂ ਨੂੰ ਪਬਲਿਕ ਹੈਲਥ ਦੇ ਹੁਕਮ ਦੇ ਦਿੱਤੇ ਆ ਕਿ ਤੁਸੀਂ ਉਹਨਾਂ ਨੂੰ ਕਿ ਤੁਸੀਂ ਇਹ ਬਿਜ਼ਨਸ ਨੂੰ ਬੰਦ ਕਰੋ, ਤੁਸੀਂ ਖੋਲ੍ਹ ਨਹੀਂ ਸਕਦੇ, ਜਾਂ ਜਿਹੜੇ ਫੈਡਰਲ ਸਪੋਰਟ ਦੇ ਲਈ ਕੁਆਲੀਫਾਈ ਕਰਦੇ ਆ ਉਹਨਾਂ ਦੇ ਲੈਂਡਲੋਰਡ ਜਿਹੜੇ ਆ ਉਹ ਉਹਨਾਂ ਨੂੰ ਉੱਥੋਂ ਕੱਢ ਨਹੀਂ ਸਕਦੇ ਸਿਰਫ ਨੌਨ ਪੇਮੈਂਟ ਕਰਕੇ ਕਿ ਉਹਨਾਂ ਕੋਲ ਦੇਣ ਲਈ ਕਿਰਾਇਆ ਹੈ ਨਹੀਂ। 31 ਅਗਸਤ ਤੱਕ ਅਲਬਰਟਾ ਦੇ ਵਿੱਚ ਜਿਹੜੇ ਕਮਰਸ਼ੀਅਲ ਕਿਰਾਏਦਾਰ ਨੇ ਉਹਨਾਂ ਨੂੰ ਇਹ ਇੱਕ ਚੰਗੀ ਖਬਰ ਅਲਬਰਟਾ ਸਰਕਾਰ ਦੇ ਰਹੀ ਹੈ। ਹਰ ਇੱਕ ਦੁਨੀਆ ਦੇ ਦੇਸ਼ ਦੇ ਵਿੱਚ ਇੱਕ ਥਾਂ ਜਿਹੜੀ ਸੀ ਉਹ ਐਪੀਸੈਂਟਰ ਬਣਦੀ ਸੀ, ਉੱਥੇ ਬਹੁਤ ਜ਼ਿਆਦਾ ਕੇਸਿਸ ਸਾਹਮਣੇ ਆਉਂਦੇ ਸੀ। ਕੈਨੇਡਾ ਦੇ ਵਿੱਚ ਓਨਟਾਰੀਓ ਦੇ ਨਾਲ ਨਾਲ ਕੁਬੈਕ ਦੇ ਵਿੱਚ ਬਹੁਤ ਸਾਰੇ ਕੇਸਿਸ ਸਾਹਮਣੇ ਆਏ ਸੀ। ਹੁਣ ਕੁਬੈਕ ਦੇ ਵਿੱਚ ਇਹ ਫੈਸਲਾ ਕਰ ਲਿਆ ਗਿਆ ਉਹਨਾਂ ਨੇ, ਮਤਲਬ ਉਹ ਇੱਕ ਸਟੈਪ ਅੱਗੇ ਚੱਲ ਰਹੇ ਆ। ਕੈਨੇਡਾ ਦੇ ਵਿੱਚ ਜਿੱਦਾਂ ਸਾਰਾ ਕੁਝ ਠੀਕ ਹੋ ਰਿਹਾ, ਉਹਨਾਂ ਦੇ ਜਿਹੜੇ ਜਿਮਨੇਜ਼ੀਅਮ ਹੈ, ਅਰੀਨਾਸ ਨੇ ਜਾਂ ਇਨਡੋਰ ਪੂਲ ਆ ਉਹਨਾਂ ਦੇ ਜਿਹੜੀਆਂ ਬੀਚਾਂ ਆ ਉਹਨਾਂ ਨੂੰ ਉਹ ਸੋਮਵਾਰ ਤੋਂ ਹੌਲੀ ਹੌਲੀ ਖੋਲ੍ਹ ਰਹੇ ਆ। ਪਰ ਉਹਦੇ ਵਿੱਚ ਜਿਹੜੇ ਧਿਆਨ ਰੱਖਣਯੋਗ ਗੱਲਾਂ ਆ ਜਿਵੇਂ ਫਿਜ਼ੀਕਲ ਡਿਸਟੈਂਸ ਆ ਉਹ ਰੱਖੇ ਜਾ ਰਹੇ ਆ। ਸੋ ਕੁਬੈਕ ਵੀ ਹੌਲੀ ਹੌਲੀ ਰੀਓਪਨ ਹੋ ਰਿਹਾ, ਜਿਵੇਂ ਸਾਡਾ BC ਹੋ ਰਿਹਾ, ਅਲਬਰਟਾ ਹੋ ਰਿਹਾ, ਬਾਕੀ ਪ੍ਰੋਵਿੰਸ ਹੋ ਰਿਹਾ। ਕੁਬੈਕ ਦੇ ਵਿੱਚ ਸ਼ੁਰੂ ਦੇ ਵਿੱਚ ਬਹੁਤ ਜ਼ਿਆਦਾ ਇਸ ਕੋਵਿਡ-19 ਨੇ ਤਬਾਹੀ ਮਚਾਈ ਸੀ ਅਤੇ ਹੁਣ ਉੱਥੇ ਈਵਨ ਉਹ ਕਹਿੰਦੇ ਕਿ ਜਿਹੜੀਆਂ ਟੀਮ ਸਪੋਰਟਸ ਆ ਉਹ ਵੀ ਹੌਲੀ ਹੌਲੀ ਜਿਹੜੀ ਰਿਜ਼ਿਊਮ ਹੋ ਜਾਣਗੀਆਂ, ਹੌਲੀ ਹੌਲੀ ਉਹ ਸਾਰੀਆਂ ਸਾਹਮਣੇ ਆ ਜਾਣਗੀਆਂ। ਸੋ ਕੁਬੈਕ ਵੀ ਜਿਹੜਾ ਕੈਨੇਡਾ ਦਾ ਪ੍ਰੋਵਿੰਸ ਆ ਉੱਥੇ ਹੌਲੀ ਹੌਲੀ ਸਾਰਾ ਕੁਝ ਖੁੱਲ੍ਹ ਰਿਹਾ। ਜਦੋਂ ਅਸੀਂ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰਦੇ ਹਾਂ ਤਾਂ ਐਮਾਜ਼ੋਨ ਨੇ ਇੱਕ ਇੱਕ ਡਿਵਾਈਸ ਆ ਉਹਨਾਂ ਦਾ ਗੁੱਟ 'ਤੇ ਪਾਉਣ ਵਾਲਾ ਇੱਕ ਚੀਜ਼ ਆ, ਉਹਨੂੰ ਉਹਨਾਂ ਨੇ ਉਹ ਟੈਸਟ ਕਰ ਰਿਹਾ ਉਹਨੂੰ। ਉਹ ਡਿਵਾਈਸ ਕੀ ਆ? ਉਹ ਮਤਲਬ ਹੁਣ ਸਾਰੇ ਥਾਂ ਦੇ ਉੱਤੇ ਹੀ ਦੱਸ ਰਹੇ ਆ ਕਿ ਤੁਸੀਂ 6 ਫੁੱਟ ਜਿਹੜਾ 2 ਮੀਟਰ ਦੂਜੇ ਵਿਅਕਤੀ ਤੋਂ ਦੂਰ ਰਹੋ। ਅਤੇ ਉਹਦੇ ਵਿੱਚ ਐਮਾਜ਼ੋਨ ਕੀ ਕਰ ਰਿਹਾ, ਜਿਹੜੇ ਉਹਨਾਂ ਦੇ ਵਰਕਰ ਵੇਅਰ ਹਾਊਸ ਦੇ ਵਿੱਚ ਜਾਂ ਉੱਥੇ ਕੰਮ ਕਰ ਰਹੇ ਵੀ ਉੱਥੇ ਡਿਸਟੈਂਸ ਕਿੱਦਾਂ ਰੱਖਿਆ ਜਾਵੇ। ਉਹਨਾਂ ਨੇ ਇੱਕ ਤੁਸੀਂ ਕਹਿ ਸਕਦੇ ਇੱਕ ਚੀਜ਼ ਜਿਹੜੀ ਬਣਾਈ ਆ, ਜਿਹੜੀ ਵਰਕਰ ਆਪਣੇ ਪਾਲੂਗੇ, ਪਲਾਸਟਿਕ ਦੀ ਇੱਕ ਸਲੀਵ ਆ ਬੇਸਿਕਲੀ, ਉਹ ਕਲਿੱਪ ਦੇ ਨਾਲ ਜੇ ਤੁਸੀਂ ਕਿਸੇ ਦੇ 6 ਫੁੱਟ ਨੇੜੇ ਚਲੇ ਜਾਓਗੇ ਬਾਈ ਚਾਂਸ ਤਾਂ ਉਹਦੇ ਵਿੱਚ LED ਲਾਈਟ ਆ ਉਹ ਜਗਣ ਲੱਗ ਜਾਂਦੀ ਹੈ ਅਤੇ ਉਹਦੇ ਵਿੱਚ ਇੱਕ ਆਡੀਓ ਬੀਪ ਆ ਜਿਹੜੀ ਵੱਜਣਾ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਪਤਾ ਲੱਗ ਜਾਂਦਾ ਕਿ ਮੈਂ ਇਹਦੇ 6 ਫੁੱਟ ਨੇੜੇ ਆ ਗਿਆ ਅਤੇ ਮੈਂ ਇਹਦੇ ਤੋਂ ਹੁਣ ਦੂਰ ਚਲਿਆ ਜਾਵਾਂ। ਉਹਦਾ ਟੈਸਟ ਹੋ ਰਿਹਾ। ਉਹਨਾਂ ਨੇ ਇਹ ਗੱਲ ਕੋਈ ਜ਼ਰੂਰੀ ਨਹੀਂ ਕੀਤੀ, ਪਰ ਉਹ ਕਹਿੰਦੇ ਵੋਲੰਟੈਰੀਲੀ ਆਪਣੇ ਆਪ ਕੋਈ ਨਾ ਕੋਈ ਇਹਨੂੰ ਪਾ ਸਕਦੇ ਆ ਸਾਡੇ ਵਰਕਰ। ਔਰ ਉਹਦੇ ਵਿੱਚ ਜਿਹੜਾ ਆਡੀਓ ਸਿਸਟਮ ਲੱਗਾ ਹੈ ਤੁਹਾਨੂੰ ਵਾਰਨ ਕਰ ਦਿੰਦਾ ਕਿ ਤੁਸੀਂ ਜਦੋਂ ਦੂਜੇ ਦੇ ਨੇੜੇ ਜਾ ਰਹੇ ਆ। ਕੰਪਨੀ ਦੇ ਖਾਸ ਕਰ ਵੇਅਰ ਹਾਊਸਿਸ ਦੇ ਵਿੱਚ ਕੈਂਟ ਵਾਸ਼ਿੰਗਟਨ ਦੇ ਵਿੱਚ ਇਹ ਤਜਰਬਾ ਕਰ ਰਿਹਾ ਉਹ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਾਢਾਂ ਨਿਕਲਣਗੀਆਂ। ਜਿਵੇਂ ਮੋਬਾਈਲ ਐਪਸ ਦੀ ਅਸੀਂ ਕਾਫੀ ਵਾਰੀ ਗੱਲ ਕੀਤੀ ਆ। ਸੋ ਇਹ ਇੱਕ ਡਿਵਾਈਸ ਜਿਹੜਾ ਤੁਹਾਨੂੰ ਦੱਸ ਦੂਗਾ ਕਿ ਤੁਸੀਂ 6 ਫੁੱਟ ਕਿਸੇ ਤੋਂ ਨੇੜੇ ਆ ਗਏ ਆ ਤਾਂ ਉਹਦੀ ਆਵਾਜ਼ ਆਊਗੀ। ਐਮਾਜ਼ਨ ਇਹ ਤਜਰਬਾ ਕਰ ਰਹੀ ਹੈ। ਇੱਕ ਹੋਰ ਦੋਸਤੋ ਜਿਹੜੀ ਕੋਵਿਡ-19 ਬਾਰੇ ਇੱਕ ਖਾਸ ਗੱਲ ਹੋਰ ਸਾਹਮਣੇ ਆ ਰਹੀ ਆ, ਇਹਦੀ ਸਟੱਡੀ ਉਹ ਜਿਹੜੇ ਵਿਗਿਆਨੀ ਨੇ ਉਹ ਇਸ ਕਰੋਨਾ ਵਾਇਰਸ ਨੂੰ ਇੱਦਾਂ ਦੇਖ ਰਹੇ ਆ ਵੀ ਇਹ ਸਧਾਰਨ ਵਾਇਰਸ ਨਹੀਂ ਹੈ। ਮਤਲਬ ਸਧਾਰਨ ਇਨ ਦਾ ਸੈਂਸ ਕਿ ਇਹ ਸਾਰਿਆਂ ਦੇ ਉੱਤੇ ਇੱਕੋ ਜਿਹਾ ਅਸਰ ਨਹੀਂ ਕਰ ਰਿਹਾ। ਹੁਣ ਸਮਝ ਨਹੀਂ ਆਉਂਦਾ ਵੀ ਇਹ ਕਿਉਂ। ਕੁਛ ਦੇਸ਼ਾਂ ਦੇ ਵਿੱਚ ਇਹਦਾ ਅਸਰ ਵੱਖਰਾ ਹੋ ਰਿਹਾ, ਕੁਛ ਉਮਰ ਵਰਗ ਦੇ ਉੱਤੇ ਇਹਦਾ ਅਸਰ ਵੱਖਰਾ ਹੋ ਰਿਹਾ, ਕੁਝ ਰੇਸਿਸ ਦੇ ਉੱਤੇ ਇਹਦਾ ਅਸਰ ਵੱਖਰਾ ਹੋ ਰਿਹਾ। ਅਸੀਂ ਹੁਣੇ ਗੱਲ ਕੀਤੀ ਕਿ ਜਿਹੜੇ ਸਿਆਹ ਰੰਗ ਦੇ ਲੋਕ ਆ ਅਮਰੀਕਾ ਦੇ ਵਿੱਚ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ, 24% ਉਹ ਇਹਦੇ ਵਿੱਚ ਸ਼ਾਮਲ ਆ। ਇਹਦਾ ਕੀ ਕਾਰਨ ਆ? ਹੁਣ ਇਨਕੁਆਇਰੀ ਹੋ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਕਿ ਕੀ ਇਸ ਕੋਵਿਡ-19 ਜਾਂ ਕਰੋਨਾ ਵਾਇਰਸ ਦੀਆਂ ਵੱਖ-ਵੱਖ ਸਟ੍ਰੇਨਸ ਨੇ, ਇਹਦੀਆਂ ਕਿਸਮਾਂ ਆ ਅੱਗਿਓਂ, ਜਿਨ੍ਹਾਂ ਦੇ ਵਿੱਚੋਂ ਇੱਕ ਘੱਟ ਡੇਂਜਰਸ ਆ, ਦੂਜੀ ਜ਼ਿਆਦਾ ਖਤਰਨਾਕ ਆ, ਜਾਂ ਜਿਹੜਾ ਪੇਸ਼ੈਂਟ ਆ ਉਹਦੇ ਬਲੱਡ ਟਾਈਪ ਦਾ ਇਸ ਵਾਇਰਸ ਦੇ ਨਾਲ ਕੋਈ ਰਿਲੇਸ਼ਨ ਆ ਕਿ ਕਿਸੇ ਦਾ A ਆ, ਕਿਸੇ ਦਾ B ਆ, ਕਿਸੇ ਦਾ O ਆ, ਕਿਸੇ ਦਾ AB ਆ। ਇਹ ਬਲੱਡ ਟਾਈਪ ਦੇ ਨਾਲ ਕੋਈ ਸੰਬੰਧ ਹੈਗਾ ਕਿ ਉਹ ਕਿੰਨਾ ਖਤਰਨਾਕ ਤਰੀਕੇ ਦੇ ਨਾਲ ਵਾਇਰਸ ਨੇ ਹਮਲਾ ਕਰਨਾ ਜਾਂ ਬਿਮਾਰੀ ਕਿੰਨੀ ਹੋਣੀ ਹੈ, ਜਾਂ ਜੈਨੇਟਿਕ ਫੈਕਟਰ ਵੀ ਇਹਦੇ ਵਿੱਚ ਕੋਈ ਰੋਲ ਪਲੇ ਕਰ ਰਿਹਾ ਕਿ ਤੁਹਾਡੇ ਮਾਪਿਆਂ ਤੋਂ ਜਿਹੜੇ ਗੁਣ ਆਏ ਆ ਉਹਦੇ ਵਿੱਚ ਕੋਈ ਜੀਨਸ ਦੇ ਵਿੱਚ ਕੋਈ ਇੱਦਾਂ ਦੀ ਚੀਜ਼ ਆ। ਪਰ ਇੱਕ ਗੱਲ ਕਲੀਅਰ ਆ ਕਿ ਇਹ ਵਾਇਰਸ ਸਾਰਿਆਂ ਦੇ ਉੱਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਅਸਰ ਕਰ ਰਿਹਾ। ਜਿਹੜੇ ਕੁਛ ਲੋਕ ਆ ਉਹ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਬਚ ਜਾਂਦੇ ਆ ਇਹਦੇ ਤੋਂ, ਕੁਛ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਹਮਲਾ ਕਰ ਰਿਹਾ ਜਦੋਂ ਉਹਨਾਂ ਨੂੰ ਐਕਸਪੋਜ਼ਰ ਹੁੰਦਾ। ਸੋ ਇਹ ਇੱਕ ਨਵੀਂ ਜਿਹੜੀ ਗੱਲਬਾਤ ਆ ਚੱਲ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਊਗੀ ਕਿ ਇਹ ਵਾਇਰਸ ਦੀਆਂ ਸਟ੍ਰੇਨਸ ਵੱਖਰੀਆਂ ਨੇ, ਬਲੱਡ ਟਾਈਪ ਦੇ ਹਿਸਾਬ ਨਾਲ ਇਹ ਅਸਰ ਕਰਦਾ, ਉਮਰ ਦੇ ਹਿਸਾਬ ਨਾਲ ਅਸਰ ਕਰਦਾ, ਰੇਸ ਦੇ ਹਿਸਾਬ ਨਾਲ ਅਸਰ ਕਰਦਾ, ਜਾਂ ਵਿਅਕਤੀ ਦੇ ਜੈਨੇਟਿਕ ਸਟਰਕਚਰ ਦੇ ਹਿਸਾਬ ਨਾਲ ਇਹ ਅਸਰ ਕਰਦਾ। ਏਅਰਲਾਈਨਸ ਬਾਰੇ ਅਸੀਂ ਬਹੁਤ ਵਾਰੀ ਗੱਲਬਾਤ ਕੀਤੀ।
कि हुण जहाज़ कदों उड्डणे शुरू होने आ। इंटरनैशनल लोगों ने इंडिया नूं जाना, इंडिया वालियां ने इधर नूं आउणा, कैनेडा नूं इमीग्रेंट्स चाहिए आ, कदों आने आ। ये संबंधी एक जी खबर साडे कोल अमेरिका के उत्तों आ रही है, जितों असीं अंदाज़ा ला सकते हैं भी इत्थे किस तरह की होनी है। जी कल उन्होंने ये गल कही आ कि जिहड़ियां मेजर अमेरिकन एयरलाइनस आ वो कहिंदे असीं किसी ना किसी तरह इस गल लई फोर्स करांगे जिहड़े यात्री ने कि वो मास्क पाउण, जिहड़े वो पॉलिसीज़ इस तरह दीयां जिहड़ियां लैके आउणगे कि उन्हां लई मास्क पाउणा जिहड़ा ओह जरूरी हो जूगा, तां वो जिहड़े आ ये ट्रैवल कर सकते आ। सो इनू वायोलेट नहीं तुसीं कर सकते। ਵੱਖ-ਵੱਖ ਲੈਵਲਸ ਦੇ ਉੱਤੇ ਉਹ ਇਹਨੂੰ ਅਨਫੋਰਸ ਕਰਨ ਦਾ ਯਤਨ ਕਰ ਰਹੇ ਆ। ਚੀਨ ਤੋਂ ਇੱਕ ਨਵੀਂ ਖਬਰ ਜਿਹੜੀ ਕੱਲ੍ਹ ਆਈ ਸੀ ਤੁਹਾਡੇ ਨਾਲ ਉਹ ਵੀ ਸਾਂਝੀ ਕੀਤੀ ਸੀ। ਚੀਨ ਬਾਰੇ ਅਸੀਂ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਉੱਥੋਂ ਹੀ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ। ਹੁਣ ਉੱਥੇ ਬੀਜਿੰਗ ਦੇ ਵਿੱਚ ਜਿਹੜੀ ਕਿ ਚੀਨ ਦੀ ਰਾਜਧਾਨੀ ਆ, ਜਿਹਦੇ ਵਿੱਚ 22 ਮਿਲੀਅਨ ਲੋਕ ਰਹਿੰਦੇ ਆ ਚਾਈਨਾ ਦੇ ਵਿੱਚ, ਬੀਜਿੰਗ ਦੇ ਵਿੱਚ, ਉੱਥੇ ਇਹ ਵਾਇਰਸ ਦੁਬਾਰਾ ਆਉਣਾ ਸ਼ੁਰੂ ਹੋ ਗਿਆ ਔਰ ਉਹਨਾਂ ਨੇ ਦੁਬਾਰਾ ਜਿਹੜੇ ਆਪਣੇ ਉੱਥੇ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਕੈਂਸਲ ਕਰਨਾ ਸ਼ੁਰੂ ਕਰ ਦਿੱਤਾ, ਟ੍ਰੇਨਸ ਜਿਹੜੀਆਂ ਉਹਨਾਂ ਨੂੰ ਕੈਂਸਲ ਕਰਨਾ ਸ਼ੁਰੂ ਕਰ ਦਿੱਤਾ ਔਰ ਇੱਕ ਡਰ ਜਿਹੜਾ ਉੱਥੇ ਦੂਜੀ ਵੇਵ ਦਾ ਸ਼ੁਰੂ ਹੋ ਗਿਆ ਕਿ ਜਿਹੜੀ ਬਾਕੀ ਦੁਨੀਆ ਹਜੇ ਪਹਿਲੀ ਵੇਵ ਦੇ ਨਾਲ ਲੜ ਰਹੀ ਆ ਕਿ ਇੱਥੇ ਜਿਹੜੀ ਸੈਕੰਡ ਵੇਵ ਆ ਉਹ ਆ ਚੁੱਕੀ ਆ ਜਾਂ ਆ ਰਹੀ ਆ। ਬੀਜਿੰਗ ਦੇ ਵਿੱਚ ਉਹ ਕਾਫੀ ਫਿਕਰਮੰਦ ਆ, ਇਹਨੂੰ ਉਹ ਡਰ ਰਹੇ ਆ ਕਿ ਕਿਤੇ ਬੀਜਿੰਗ ਤੋਂ ਸ਼ੁਰੂ ਹੋ ਕੇ ਫਿਰ ਦੁਬਾਰਾ ਸਾਰੀ ਦੁਨੀਆ ਦੇ ਵਿੱਚ ਜਾਂ ਘੱਟੋ ਘੱਟ ਉਹਨਾਂ ਦੇ ਦੇਸ਼ ਵਿੱਚ ਨਾ ਫੈਲ ਜਾਵੇ। ਇਸ ਗੱਲ ਤੋਂ ਉਹ ਬਚਾਅ ਰੱਖਣ ਦੀ ਕੋਸ਼ਿਸ਼ ਕਰ ਰਹੇ ਆ। ਬਹੁਤ ਸਾਰੀ ਇੰਡਸਟਰੀ ਨੂੰ ਕੋਵਿਡ-19 ਨੇ ਹਿੱਟ ਕੀਤਾ। ਜਿਹੜੀ ਕਰੂਜ਼ ਦੀ ਇੰਡਸਟਰੀ ਸੀਗੀ, ਲੋਕ ਜਹਾਜ਼ ਦੇ ਪਾਣੀ ਵਾਲੇ ਜਹਾਜ਼ ਦੇ ਵਿੱਚ ਚੜ੍ਹ ਕੇ ਛੁੱਟੀਆਂ ਕੱਟਣ ਜਾਂਦੇ ਸੀ, ਉਹ ਵੀ ਹੁਣ ਕਿਤੇ ਬੀਤੇ ਦੀ ਗੱਲ ਰਹਿ ਗਈ, ਨਹੀਂ ਚੱਲ ਰਹੀ ਔਰ ਲੋਕ ਕਹਿੰਦੇ ਸੀ ਵੀ ਇਹਨੇ ਹੁਣ ਲੰਬਾ ਸਮਾਂ ਇਹ ਜਿਹੜੇ ਸ਼ਿਪ ਆਏ ਕਰੂਜ਼ ਆ ਜਾਣੇ ਨਹੀਂ। ਪਰ ਹੁਣ ਇੱਕ ਖਬਰ ਆ ਰਹੀ ਆ ਕਿ 200 ਪੈਸੰਜਰ ਵਾਲਾ ਇੱਕ ਜਿਹੜਾ ਇਹ ਕਰੂਜ਼ ਆ, ਇਹ ਨਾਰਵੇ ਦੇ ਵਿੱਚ ਪਹਿਲੀ ਵਾਰ ਪੈਂਡੈਮਿਕ ਤੋਂ ਬਾਅਦ 12 ਦਿਨ ਦੇ ਲਈ ਉਹ ਚੱਲ ਪਿਆ। 200 ਦੇ ਵਿੱਚ ਬੰਦਾ ਆ, ਸੋਸ਼ਲ ਡਿਸਟੈਂਸਿੰਗ ਉਹਨਾਂ ਨੇ ਰੱਖੀ ਆ, ਪਰ ਫਿਰ ਵੀ ਉਹ ਸਮੁੰਦਰ ਦੇ ਵਿੱਚ ਕਰੂਜ਼ ਦੇ ਉੱਤੇ ਲੋਕ ਜਿਹੜੇ ਆ ਉਹ ਦੁਬਾਰਾ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ। ਸ਼ਟਡਾਊਨ ਤੋਂ ਬਾਅਦ, ਮਾਰਚ ਤੋਂ ਬਾਅਦ ਇਹ ਸਾਰਾ ਕੁਛ ਦੁਬਾਰਾ ਹੋ ਰਿਹਾ। ਨਾਰਵੇ ਤੇ ਡੈਨਮਾਰਕ, ਜਿੱਥੇ ਹੁਣ ਇਨਫੈਕਸ਼ਨ ਰੇਟ ਕਾਫੀ ਰੈਲੇਟਿਵਲੀ ਲੋ ਆ, ਘੱਟ ਆ, ਰਿਸਟ੍ਰਿਕਸ਼ਨਸ ਹੌਲੀ ਹੌਲੀ ਚੱਕ ਹੋ ਰਹੀਆਂ। ਮਤਲਬ ਉਹ ਜਿਹੜੀਆਂ ਲੰਘੀਆਂ ਗੱਲਾਂ ਸੀ ਉਹ ਦੁਬਾਰਾ ਆ ਰਹੀਆਂ ਨੇ ਇਸ ਆਸ ਦੇ ਨਾਲ ਕਿ ਹੁਣ ਦੁਬਾਰਾ ਇਹ ਜਿਹੜਾ ਸਾਰਾ ਕੁਛ ਆ ਸ਼ੁਰੂ ਹੋ ਜਾਊਗਾ। ਨਾਰਵੇ ਦੇ ਵਿੱਚ, ਡੈਨਮਾਰਕ ਦੇ ਵਿੱਚ ਇਹ ਦੁਬਾਰਾ ਜਿਹੜਾ ਸਾਰਾ ਕੁਛ ਸ਼ੁਰੂ ਹੋ ਗਿਆ ਔਰ ਇੱਥੇ ਵੀ ਤੁਹਾਨੂੰ ਪਤਾ ਬਹੁਤ ਵੱਡੀ ਇੰਡਸਟਰੀ ਹੈ ਸਾਡੇ, ਸਮੁੰਦਰ ਨਾਲ ਲੱਗਦਾ, ਸਮੁੰਦਰ ਦੇ ਕੰਢੇ ਕੰਢੇ ਇਹ ਸਾਰਾ ਕੁਛ ਦੁਬਾਰਾ ਸ਼ੁਰੂ ਹੋਊਗਾ। ਆਸਟ੍ਰੇਲੀਆ ਦੇ ਵਿੱਚ ਕਾਫੀ ਸਖਤੀ ਦੇ ਨਾਲ ਉਹਨਾਂ ਨੇ ਇਹਨੂੰ ਨਿਪਟੇ ਸੀ ਇਸ ਸਮੱਸਿਆ ਦੇ ਨਾਲ। ਉਹਨਾਂ ਨੇ ਹੁਣ ਜਿਹੜੀ ਗੱਲਬਾਤ ਕੀਤੀ ਹੈ ਆਸਟ੍ਰੇਲੀਆ ਕਿ ਅਸੀਂ ਆਪਣੇ ਜਿਹੜੇ ਬਾਰਡਰ ਆ ਉਹ ਕਹਿੰਦੇ 2021 ਤੱਕ ਬੰਦ ਰੱਖਾਂਗੇ। ਆਹ ਸਾਲ ਤਾਂ ਬਿਲਕੁਲ ਨਹੀਂ, 21 ਦੇ ਵਿੱਚ ਕਦੋਂ ਖੋਲ੍ਹਦੇ ਇਹਦੇ ਬਾਰੇ ਹਜੇ ਪਤਾ ਨਹੀਂ, ਪਰ ਉਹ ਕਹਿੰਦੇ ਵੀ 2021 ਤੱਕ ਅਸੀਂ ਆਪਣੇ ਜਿਹੜੇ ਅੰਤਰਰਾਸ਼ਟਰੀ ਬਾਰਡਰ ਆ, ਇੰਟਰਨੈਸ਼ਨਲ ਬਾਰਡਰ ਆ, ਕਿ ਜਿਹੜੇ ਟੂਰਿਸਟ ਆ ਜਾਂ ਹੋਰ ਸਾਰਾ ਕੁਛ ਆ ਉਹਨੂੰ ਅਸੀਂ ਬੰਦ ਰੱਖਾਂਗੇ। ਪਰ ਉਹ ਤਰੀਕੇ ਕੁਛ ਇਹ ਵੀ ਲੱਭ ਰਹੇ ਆ ਕਿ ਕਿਸੇ ਤਰ੍ਹਾਂ ਜਿਹੜੇ ਫੋਰਨ ਸਟੂਡੈਂਟਸ ਆ, ਇੰਟਰਨੈਸ਼ਨਲ ਸਟੂਡੈਂਟਸ ਉਹਨਾਂ 'ਤੇ ਜਾਂਦੇ ਆ ਜਾਂ ਟੂਰਿਜ਼ਮ ਇੰਡਸਟਰੀ ਆ, ਉਹਨੂੰ ਕਿਸੇ ਤਰ੍ਹਾਂ ਅਕਮੋਡੇਟ ਕਰ ਸਕਣ। ਉੱਥੋਂ ਦੇ ਜਿਹੜੇ ਟੂਰਿਜ਼ਮ ਐਂਡ ਟ੍ਰੇਡ ਮਿਨਿਸਟਰ ਆ ਉਹਨਾਂ ਨੇ ਅੱਜ ਇਹ ਬਿਆਨ ਦਿੱਤਾ ਕਿ ਇਸ ਸਾਲ ਦੇ ਅੰਤ ਤੱਕ, 2020 ਦੇ ਅੰਤ ਤੱਕ, ਭਾਵ 2021 ਤੱਕ, 21 'ਚ ਵੀ ਕਦੋਂ ਖੋਲ੍ਹਦੇ ਆ ਇਹਦੇ ਬਾਰੇ ਨਹੀਂ ਉਹਨਾਂ ਨੇ ਕੁਛ ਦੱਸਿਆ ਕਿ ਅਸੀਂ ਆਪਣੇ ਬਾਰਡਰ ਨਹੀਂ ਖੋਲ੍ਹ ਰਹੇ। ਕਿਸੇ ਨਾ ਕਿਸੇ ਤਰ੍ਹਾਂ ਸਟੂਡੈਂਟਸ ਨੂੰ ਅਸੀਂ ਇੱਥੇ ਜਾਂ ਕੁਛ ਜਿਹੜੇ ਟੂਰਿਸਟ ਆ ਉਹ ਅਕਮੋਡੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਨਿਊਜ਼ੀਲੈਂਡ ਬਾਰੇ ਅਸੀਂ ਆਸਟ੍ਰੇਲੀਆ ਦੇ ਨਾਲ ਲੱਗਦਾ ਦੇਸ਼ ਆ, ਗੱਲਬਾਤ ਕੀਤੀ ਸੀ ਕਿ ਨਿਊਜ਼ੀਲੈਂਡ ਨੇ ਸਾਰੇ ਹੀ ਜਿਹੜੇ ਉੱਥੋਂ ਖਤਮ ਕਰਤਾ ਕਿ ਸਾਡੇ ਜੀ ਹੁਣ ਕੋਈ ਇੱਥੇ ਮਰੀਜ਼ ਨਹੀਂ ਹੈ, ਗੱਲ ਖਤਮ ਹੋ ਗਈ, ਇਹ ਬੀਤੇ ਦੀ ਗੱਲ ਹੋ ਗਈ। ਔਰ ਬਦਕਿਸਮਤੀ ਨਾਲ ਉੱਥੇ ਦੁਬਾਰਾ ਆ ਗਿਆ। ਦੁਬਾਰਾ ਕਿੱਥੋਂ ਆਇਆ ਜਦੋਂ ਕਿ ਦੇਸ਼ ਦੇ ਵਿੱਚ ਤਾਂ ਉਹਨਾਂ ਦੇ ਹੈ ਨਹੀਂ ਸੀ। ਉੱਥੇ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ 2 ਔਰਤਾਂ ਜਿਹੜੀਆਂ ਬ੍ਰਿਟਨ ਤੋਂ ਗਈਆਂ ਸੀ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ, ਜਿਹਦੀ ਕਿ ਹਾਲਤ ਬਹੁਤ ਮਾੜੀ ਸੀ ਔਰ ਉਹਨਾਂ ਨੇ ਉਹਨਾਂ ਦੋਵਾਂ ਔਰਤਾਂ ਨੂੰ ਥੋੜ੍ਹੀ ਜਿਹੀ ਛੋਟ ਦੇ ਦਿੱਤੀ ਸਰਕਾਰ ਨੇ ਕਿ ਚਲੋ ਕੋਈ ਨਹੀਂ, ਰਿਸ਼ਤੇਦਾਰ ਤੁਹਾਡਾ ਜ਼ਿਆਦਾ ਜਿਹੜਾ ਢਿੱਲਾ ਆ ਉਹਨੂੰ ਤੁਸੀਂ ਮਿਲ ਲਓ, ਜਿਹੜਾ ਕੁਆਰੰਟਾਈਨ ਕਰਨਾ ਸੀ 15 ਦਿਨ ਦਾ, 14 ਦਿਨ ਦਾ, ਉਹਦੇ ਤੋਂ ਪਹਿਲਾਂ ਹੀ ਉਹ ਕਹਿੰਦੇ ਤੁਸੀਂ ਚਲੇ ਜਾਓ। ਉਹਨਾਂ ਨੇ ਥੋੜ੍ਹੀ ਜਿਹੀ ਢਿੱਲ ਦੇ ਕੇ ਉਹਨਾਂ ਨੂੰ ਤੋਰ ਦਿੱਤਾ ਅਤੇ ਉਹਦਾ ਨਤੀਜਾ ਕੀ ਨਿਕਲਿਆ ਵੀ ਉਹਨਾਂ ਦੋਵਾਂ ਨੂੰ ਕੋਵਿਡ-19 ਨਿਕਲਿਆ। ਇੰਗਲੈਂਡ ਤੋਂ ਆਈਆਂ ਸੀ, ਹੁਣ ਉਹਨਾਂ ਦੋਵਾਂ ਨੂੰ ਤਾਂ ਚਲੋ ਨਿਕਲਿਆ। ਉਹ ਕਹਿੰਦੇ ਹੁਣ ਤੱਕ ਜਿਹੜਾ ਉਹਨਾਂ ਨੇ ਹਿਸਾਬ ਕਿਤਾਬ ਸਾਰਾ ਲਾ ਕੇ ਦੇਖਿਆ ਵੀ 320 ਹੋਰ ਲੋਕਾਂ ਨੂੰ ਮਿਲੀਆਂ ਪਿਛਲੇ ਦਿਨਾਂ ਦੇ ਵਿੱਚ। ਇਹ ਪੋਜ਼ੀਟਿਵ ਟੈਸਟ ਆਉਣ ਤੋਂ ਪਹਿਲਾਂ ਉਹ 320 ਲੋਕਾਂ ਨੂੰ ਮਿਲ ਚੁੱਕੀਆਂ ਸੀ। ਹੁਣ
ਇਸ ਗੱਲ ਬਾਰੇ ਚਿੰਤਾ ਆ ਵੀ ਰੱਬ ਨਾ ਕਰੇ ਉਹਨਾਂ 320 ਨੂੰ ਜੇ ਹੋ ਗਿਆ ਤੇ ਉਹ 320 ਗਾਹਾਂ ਕਿੰਨਿਆਂ ਨੂੰ ਮਿਲ ਚੁੱਕੇ ਆ ਤੇ ਫਿਰ ਪੂਰੇ ਦੇਸ਼ ਦੇ ਵਿੱਚ ਕੀ ਬਣਨਾ। ਇਸ ਗੱਲ ਨੇ ਉਹਨਾਂ ਨੂੰ ਫਿਰ ਚਿੰਤਾ ਦੇ ਵਿੱਚ ਜਿਹੜਾ ਪਾ ਦਿੱਤਾ ਆ। ਔਰ ਇਹ ਵੀ ਗੱਲ ਜਿਹੜੀ ਉਹ ਦੱਸ ਰਹੇ ਆ, ਜਿਹੜੀ ਗੱਲ ਉਹ ਕਹਿੰਦੇ ਸੀ ਕਿ ਇੱਕ ਜਿਹੜਾ ਪੇਸ਼ੈਂਟ ਦੇਸ਼ ਦੇ ਵਿੱਚ ਆਇਆ ਵੀ ਪੂਰੇ ਦਾ ਪੂਰਾ ਆਊਟਬ੍ਰੇਕ ਉੱਥੇ ਹੋ ਸਕਦੀ ਆ, ਫਿਰ ਦੁਬਾਰਾ ਸਾਰਾ ਕੁਝ ਆ ਸਕਦਾ ਆ। ਸੋ ਉੱਥੇ ਦੁਬਾਰਾ ਟੈਸਟ ਵਗੈਰਾ ਕਰ ਰਹੇ ਆ, ਉਹ ਦੇਖ ਰਹੇ ਆ ਇਹਨੂੰ ਕਿ ਕਿਸ ਤਰ੍ਹਾਂ ਇਹਨੂੰ ਸਾਂਭਿਆ ਜਾਣਾ। ਇਸ ਗੱਲ ਨੇ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਚਿੰਤਾ ਜਿਹੜੀ ਆ ਕੀਤੀ ਆ। ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਬਾਕੀ ਨਿਊਯਾਰਕ ਦੇ ਵਿੱਚ ਉਹਨਾਂ ਦੇ ਮੇਅਰ ਨੇ ਕਿਹਾ ਕਿ ਅਸੀਂ ਔਨ ਟਰੈਕ ਹਾਂ, ਸਾਰਾ ਕੁਝ ਅਸੀਂ ਠੀਕ ਕੀਤਾ, ਅਗਲੇ ਫੇਜ਼ ਦੇ ਵਿੱਚ ਜਾ ਰਹੇ ਹਾਂ, ਜੋ ਕੁਝ ਅਸੀਂ ਕਰ ਸਕਦੇ ਸੀ ਉਹ ਕੀਤਾ ਇਹਨੂੰ ਬਚਾਉਣ ਦੇ ਲਈ। ਦੂਜੀ ਗੱਲ, ਇੱਕ ਇਹਨਾਂ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਇੰਟਰਸਟਿੰਗ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਯੂਥ ਸੀ ਜਾਂ ਆਮ ਲੋਕ ਵੀ ਸੀਗੇ, ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ, ਤੁਹਾਨੂੰ ਪਤਾ ਜਿਹੜੀਆਂ ਸੋਸ਼ਲ ਸਾਈਟਸ ਹੈਗੀਆਂ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਉਹ ਬਹੁਤੇ ਫੇਸਬੁੱਕ ਤੋਂ ਮੂਵ ਹੋ ਗਿਆ। ਜਾਂ ਤਾਂ ਉਹ ਜਿਹੜੇ ਹੈਗੇ ਇੰਸਟਾਗ੍ਰਾਮ 'ਤੇ ਚਲੇ ਗਏ ਜਾਂ ਸਨੈਪਚੈਟ ਦੇ ਉੱਤੇ, ਜਾਂ ਦੂਜੇ ਸ਼ਬਦਾਂ 'ਚ ਇਹ ਕਹੀਏ ਕਿ ਬਹੁਤੀ ਇਨਫੋਰਮੇਸ਼ਨ ਲੈਣ ਦੇ ਲਈ ਉਹਨਾਂ ਨੇ ਇੰਸਟਾਗ੍ਰਾਮ ਅਤੇ ਸਨੈਪਚੈਟ ਦੀ ਵਰਤੋਂ ਕੀਤੀ ਇਸ COVID-19 ਦੇ ਲਈ। ਇਹ ਇੱਕ ਰਿਪੋਰਟ ਜਿਹੜੀ ਆ ਉਹ ਸਾਹਮਣੇ ਆਈ ਆ। ਸੋ ਇਹ ਦੋਸਤੋ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਆ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ। ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ। ਮੈਨੂੰ ਲੱਗਦਾ ਕੋਈ ਵੀ ਜਿਹੜੀ ਜਾਣਕਾਰੀ ਆ ਉਹ ਸਾਡੀ ਸਿਹਤ ਦੀ ਜਾਣਕਾਰੀ ਤੋਂ ਜ਼ਰੂਰੀ ਨਹੀਂ ਹੋ ਸਕਦੀ। ਘੱਟੋ ਘੱਟ ਜੇ ਸਰੀਰ ਨੇ ਆਖਰ ਤੱਕ ਸਾਡੇ ਨਾਲ ਨਿਭਣਾ, ਸਾਡੇ ਕੋਲ ਉਹਦੇ ਬਾਰੇ ਜਾਣਕਾਰੀ ਜ਼ਰੂਰੀ ਹੋਣੀ ਬਹੁਤ ਜ਼ਰੂਰੀ ਆ। ਔਰ ਅਨਫਿਟ ਹੋ ਕੇ, ਬਿਮਾਰ ਹੋ ਕੇ ਜੀਣਾ ਬਹੁਤ ਔਖਾ ਆ। ਇਸੇ ਸਿਲਸਿਲੇ ਦੇ ਵਿੱਚ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਨੂੰ ਬੇਨਤੀ ਕਰਦੇ ਹਾਂ, ਅੱਜ ਉਹਨਾਂ ਦੇ ਨਾਲ ਅਸੀਂ ਗੱਲ ਕਰਨੀ ਆ ਆਪਣੇ ਡਾਈਜੈਸ਼ਨ ਬਾਰੇ। ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਔਰ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇਹ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਮੁੱਦੇ ਡਾਈਜੈਸ਼ਨ ਵਾਲੇ ਪਾਸੇ ਨੂੰ ਜਾਈਏ, ਸਾਨੂੰ ਥੋੜ੍ਹਾ ਜਿਹਾ COVID-19 ਬਾਰੇ ਕੋਈ ਅਪਡੇਟ ਦੱਸਿਓ। ਕੋਈ ਹੈ ਅੱਜ ਸੂਚਨਾ ਜੀ? ਸੂਚਨਾ ਇਹੀ ਆ ਵੀ ਜਿਹੜੇ ਕੇਸਿਸ ਹੈਗੇ ਆ ਥੋੜੇ ਜਿਹੇ ਫਿਰ ਬ੍ਰਿਟਿਸ਼ ਕੋਲੰਬੀਆ 'ਚ ਅੱਜ 17 ਮਾਨਯੋਗ ਡਾਕਟਰ ਬੋਨੀ ਹੈਨਰੀ ਨੇ ਦੱਸਿਆ। ਸੋ ਮਿਸ਼ਨ ਦਾ ਜਿਹੜਾ ਛੋਟਾ ਹਸਪੀਟਲ ਆ ਉੱਥੇ ਥੋੜੇ ਕੇਸ ਆ, ਨਾਲੇ ਇੱਕ ਕੇਅਰ ਹੋਮ 'ਚ ਆ, ਔਰ ਇੱਕ ਮਠਿਆਈ ਦੀ ਸ਼ਾਪ ਵੀ ਆ ਜਿੱਥੇ ਕੰਮ ਕਰਦੇ ਸੀ, ਉਹਨਾਂ 'ਚ ਵੀ ਪਾਏ ਗਏ ਆ। ਸੋ ਇਹ ਕੁਛ ਨਾ ਕੁਛ ਲੋ ਗ੍ਰੇਡ ਵਾਇਰਸ ਹੈ ਜੇ ਕਮਿਊਨਿਟੀ 'ਚ ਹੈਗਾ, ਇਸ ਲਈ ਸਾਨੂੰ ਸਭੇ ਰਹਿਣ ਦੀ ਲੋੜ ਹੈ। ਹਾਂ, ਮੌਤ ਦੀ ਦਰ ਜਿਹੜੀ ਹੈਗੀ ਫਿਰ ਲਗਾਤਾਰ ਕਈ ਦਿਨਾਂ ਤੋਂ ਨਹੀਂ ਆ, ਔਰ ਮੈਂ ਕਹਿ ਸਕਦਾ ਪਿਛਲੇ 10-12 ਦਿਨ 'ਚ ਸਿਰਫ ਇੱਕ ਹੀ ਵਿਅਕਤੀ ਫੌਤ ਹੋਇਆ। ਸਿਰਫ 11 ਲੋਕੀ ਕੋਵਿਡ ਦੇ ਹਸਪੀਟਲ 'ਚ ਆ, ਉਹਦੇ 'ਚੋਂ 4 ICU 'ਚ ਆ, ਔਰ 87 ਕੇ 88% ਰਾਜੀ ਵੀ ਹੋ ਗਏ ਬ੍ਰਿਟਿਸ਼ ਕੋਲੰਬੀਆ 'ਚ। ਪੂਰੇ ਕੈਨੇਡਾ 'ਚ ਦਰ ਘਟ ਰਹੀ ਹੈ, 350-400 ਤੋਂ ਥੱਲੇ ਰਹਿ ਰਹੇ ਕੇਸਿਸ, ਜਦੋਂ ਕਿ ਆਪਾਂ ਪਹਿਲਾਂ 2,500-3,000 ਰੋਜ਼ ਦੇਖਦੇ ਹੁੰਦੇ ਸੀ। ਸੋ ਹੌਲੀ ਹੌਲੀ ਕਿਤੇ ਨਾ ਕਿਤੇ ਇਹ ਜਿਹੜਾ ਫਸਟ ਫੇਜ਼ ਹੈਗਾ ਇਹ ਥੱਲੇ ਨੂੰ ਆ ਰਿਹਾ। ਜਿਹੜੇ ਕਿਊਬੈਕ ਦੇ ਜਿਹੜੇ ਹੈਗੇ ਆ ਕਰਤਾ ਧਰਤਾ, ਉਹ ਚਾਹੁੰਦੇ ਆ ਵੀ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ ਉਹਨਾਂ ਦੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ, ਲੇਕਿਨ ਉਹ ਜਨਵਰੀ ਤੋਂ ਹੋਊਗੀ। ਤੇ ਉਹ ਇਹ ਦੇਖਣਾ ਚਾਹੁੰਦੇ ਆ ਵੀ ਪਬਲਿਕ ਨੂੰ ਟਰਾਂਸਪੇਰੈਂਸੀ ਦੇਣ ਵਾਸਤੇ ਵੀ ਕੀ ਹੋਇਆ, ਕਿਉਂ ਹੋਇਆ, ਹੋਰ ਫਿਊਚਰ 'ਚ ਅਸੀਂ ਕਿੱਦਾਂ ਆਪਣੇ ਬਜ਼ੁਰਗਾਂ ਨੂੰ ਬਚਾ ਸਕਦੇ। ਤੁਹਾਨੂੰ ਪਤਾ ਹੋਏਗਾ ਬਹੁਤ ਸਾਰੀਆਂ ਮੌਤਾਂ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਹੀ ਹੋਈਆਂ, ਅਗਰ ਹੋਈਆਂ ਤਾਂ। ਦੂਜਾ ਜਿਹੜਾ ਮਾਸਕ ਹੈਗਾ ਉਹ ਫਿਰ ਸੁਰਖੀਆਂ 'ਚ ਹੈਗਾ, ਔਰ WHO ਵੀ ਰਿਕਮੈਂਡ ਕਰ ਰਹੀ ਹੈ, ਕੈਨੇਡਾ ਦੇ ਅਥਾਰਟੀਜ਼ ਵੀ ਰਿਕਮੈਂਡ ਕਰ ਰਹੀਆਂ। ਔਰ ਖਾਸ ਕਰਕੇ ਜਦੋਂ ਆਪਾਂ ਟ੍ਰਾਂਜ਼ਿਟ 'ਚ ਹੁੰਦੇ ਆ, ਪਬਲਿਕ ਟਰਾਂਸਪੋਰਟ ਸਿਸਟਮ, ਸ਼ਾਪਿੰਗ ਏਰੀਆਜ਼ 'ਚ ਜਾਂ ਸੰਘਣੀ ਜਿੱਥੇ ਇਕੱਤਰਤਾ ਹੋ ਰਹੀ ਹੈ ਇਨਸਾਨਾਂ ਦੀ, ਔਰ ਕਈ ਵਾਰ ਉੱਥੇ 6 ਫੁੱਟ ਤੋਂ ਜ਼ਿਆਦਾ ਡਿਸਟੈਂਸ ਰੱਖਣਾ ਔਖਾ ਹੋ ਜਾਂਦਾ, ਔਰ ਉੱਥੇ ਤਾਂ ਲਾਜ਼ਮੀ ਆ। ਲੇਕਿਨ ਹੈਲਥ ਕੈਨੇਡਾ ਵੀ ਕਹਿ ਰਹੀ ਆ ਵੀ ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ ਮਾਸਕ ਲਾ ਕੇ ਜਾਈਏ। ਔਰ ਜਿਹੜਾ ਨਾਨ ਮੈਡੀਕਲ ਮਾਸਕ ਹੈ ਉਹਦੀ ਗੱਲ ਹੋ ਰਹੀ ਆ, ਜਿਹੜੇ ਸਰਜੀਕਲ ਮਾਸਕ ਹੈ ਉਹ ਡਾਕਟਰਸ ਵਗੈਰਾ ਹਸਪੀਟਲ 'ਚ ਲਾ ਰਹੇ ਹੋ, ਦੂਜੀ ਗੱਲ ਹੈ। ਸੋ ਨਾਨ ਮੈਡੀਕਲ ਮਾਸਕ 'ਚ WHO ਕਹਿ ਰਹੀ ਹੈ ਵੀ 3 ਲੇਅਰ ਹੋਣੀ ਚਾਹੀਦੀ। ਜਿਹੜੇ ਬਾਹਰਲਾ ਲੇਅਰ ਆ ਉਹ ਵਾਟਰ ਰੈਪਲੈਂਟ ਹੋਣਾ ਚਾਹੀਦਾ, ਜਿੱਦਾਂ ਪੋਲੀਐਸਟਰ ਟਾਈਪ ਮਟੀਰੀਅਲ ਹੋਣਾ ਚਾਹੀਦਾ, ਜਿਸ 'ਚ ਕੋਈ ਵੀ ਪਾਣੀ ਜਾਂ ਲਿਕੁਇਡ ਵਾਲੀ ਸਕ੍ਰੀਸ਼ਨ ਬਹਿ ਨਾ ਸਕੇ, ਅੰਦਰ ਆ ਨਾ ਸਕੇ, ਉਹ ਰਿਪੈਲ ਕਰ ਸਕੇ। ਜਿਹੜਾ ਬਿਲਕੁਲ ਅੰਦਰਲਾ ਲੇਅਰ ਹੁੰਦਾ ਉਹ ਮੋਟੇ ਕਾਟਨ ਦਾ ਹੋਣਾ ਚਾਹੀਦਾ। ਜਿਹੜਾ ਮਿਡਲ ਲੇਅਰ ਹੈਗਾ ਉਹ ਇੱਕ ਕਿਸਮ ਦਾ ਫਿਲਟਰ ਹੋਣਾ ਚਾਹੀਦਾ। ਔਰ ਇਹਦੇ ਲਈ ਬੜਾ ਸੌਖਾ ਟੈਸਟ ਹੈਗਾ ਵੀ ਅਗਰ ਤੁਸੀਂ ਹੋਮਮੇਡ ਮਾਸਕ ਪਾ ਲਿਆ ਔਰ ਅਗਰ ਤੁਸੀਂ ਫੂਕ ਮਾਰਦੇ ਹੋ, ਸਾਹਮਣੇ ਤੁਹਾਡੇ ਮੋਮਬੱਤੀ ਜਗ ਰਹੀ ਆ, ਉਹ ਬੁਝਦੀ ਨਹੀਂ ਆ, ਮੀਨਸ ਤੁਹਾਡਾ ਮਾਸਕ ਬਿਲਕੁਲ ਕਾਮਯਾਬ ਆ। ਔਰ ਅਗਰ ਮੈਂ ਲਾਇਆ, ਮੈਂ ਕਰੀਬਨ ਅਗਰ ਖੰਘਦਾ, ਮੇਰਾ ਨੱਕ ਵਗਦਾ, ਖੰਘਦਾ, ਜਾਂ ਜੋ ਵੀ ਮੇਰੇ ਅਗਰ ਲੱਛਣ ਹੈ,
ਅਪਰ ਰੈਸਪੀਰੇਟਰੀ ਜਾਂ ਵਾਇਰਸ ਦੇ ਜਾਂ ਕੋਵਿਡ ਦੇ, ਤਾਂ ਮੈਂ ਆਪਣੇ ਆਪ 'ਚ ਹੀ ਕਰੀਬਨ 90% ਸਕ੍ਰੀਸ਼ਨ ਰੱਖ ਲੈਂਦਾ। ਔਰ ਅਗਰ ਦੂਜਾ ਵੀ ਲਾਉਂਦਾ ਤੇ ਉਹਦੇ ਵਿੱਚ ਵੀ ਉਹਨੂੰ ਬੈਨੀਫਿਟ ਹੈਗੀ ਆ, ਕਿਉਂਕਿ ਜਿਹੜਾ ਨਾ ਪ੍ਰੀ ਸਿੰਪਟੋਮੈਟਿਕ ਕੈਰੀਅਰ ਹੁੰਦਾ, ਇੱਕ ਤਾਂ ਹੁੰਦਾ ਨਾ ਵੀ ਅੱਗੇ ਜਾ ਕੇ ਲੱਛਣ ਆਉਣੇ ਆ, ਲੇਕਿਨ 3 ਤੋਂ 5 ਦਿਨ ਲੱਗ ਜਾਂਦੇ ਕਈ ਵਾਰ ਕੋਵਿਡ ਦੇ ਪੇਸ਼ੈਂਟ ਨੂੰ ਬੁਖਾਰ ਚੜਨ 'ਚ, ਖੰਘ ਆਉਣ 'ਚ, ਥਕੇਵਾਂ ਹੋਣ 'ਚ, ਜੋ ਵੀ ਇਹਦੇ ਸਿੰਪਟਮਸ ਹੈਗੇ। ਸੋ ਪਹਿਲੇ ਦਿਨਾਂ ਦੇ ਵਿੱਚ ਵੀ ਉਹ ਇਨਫੈਕਸ਼ਨ ਜਿਹੜਾ ਹੈਗਾ ਉਹ ਸਪਰੈਡ ਹੋ ਸਕਦਾ। ਉਹਨੂੰ ਕਹਿੰਦੇ ਪ੍ਰੀ ਸਿੰਪਟੋਮੈਟਿਕ। ਇੱਕ ਹੁੰਦੇ ਏਸਿੰਪਟੋਮੈਟਿਕ, ਵੀ ਜਿਨ੍ਹਾਂ ਨੂੰ ਸਿੰਪਟਮਸ ਬਿਲਕੁਲ ਨਹੀਂ ਹੋਣੇ ਲੇਕਿਨ ਵਾਇਰਸ ਹੈਗਾ, ਉਹ ਬਹੁਤ ਘੱਟ ਹੁੰਦੇ ਆ, ਬਿਲਕੁਲ ਲੋ ਹੁੰਦੇ ਆ। ਸੋ ਮਾਸਕ ਇਸ ਲਈ ਜ਼ਰੂਰੀਅਤ, ਹਾਲਾਂਕਿ ਅਗਲਾ ਇਨਸਾਨ ਬਿਲਕੁਲ ਹੈਲਥੀ ਪ੍ਰਤੀਕ ਹੋ ਰਿਹਾ, ਲੇਕਿਨ ਹੋ ਸਕਦਾ ਪ੍ਰੀ ਸਿੰਪਟੋਮੈਟਿਕ ਵੀ ਹੋਵੇ, ਏਸਿੰਪਟੋਮੈਟਿਕ ਵੀ ਹੋਵੇ। ਇਸ ਲਈ ਸਾਨੂੰ ਸਾਰਿਆਂ ਨੂੰ ਸਭੇ ਰਹਿਣ ਦੀ ਜ਼ਰੂਰਤ ਹੈ। ਕਿਊਬੈਕ 'ਚ $500 ਦਾ ਫਾਈਨ ਜੋ ਅਗਰ ਤੁਸੀਂ ਮਾਸਕ ਬਾਹਰ ਲਾ ਕੇ ਨਹੀਂ ਜਾਂਦੇ। ਓਨਟੇਰੀਓ 'ਚ ਜਿਹੜੇ ਟ੍ਰਾਂਜ਼ਿਟ ਵਾਲੇ ਆ, ਖਾਸ ਕਰਕੇ ਬੱਸਾਂ ਵਾਲੇ ਆ, ਉਹਨਾਂ ਨੇ ਵੀ ਮਾਸਕ ਰੱਖਿਆ, ਇਹ ਵੀ ਅਗਰ ਤੁਹਾਨੂੰ ਚੇਤਾ ਭੁੱਲ ਗਿਆ ਜਾਂ ਤੁਹਾਡਾ ਗਵਾਚ ਗਿਆ ਤੇ ਤੁਹਾਨੂੰ ਉੱਥੋਂ ਪ੍ਰੋਵਾਈਡ ਕੀਤਾ ਜਾਊਗਾ। ਮੇਰੇ ਖਿਆਲ ਨਾਲ ਬ੍ਰਿਟਿਸ਼ ਕੋਲੰਬੀਆ 'ਚ ਵੀ ਗਵਰਨਮੈਂਟ ਨੂੰ ਇਹ ਕਰਨਾ ਚਾਹੀਦਾ, ਦੂਜੇ ਸੂਬਿਆਂ 'ਚ ਵੀ, ਤਾਂ ਕਿ ਇਹ ਬੜਾ ਸੌਖਾ ਤਰੀਕਾ ਹੈਗਾ। ਮੈਂ ਤੇ ਇਹ ਵੀ ਥੋੜਾ ਦੱਸਣਾ ਚਾਹੁੰਦਾ, ਸਾਡੇ ਗੁਆਂਢ, ਅਸੀਂ ਹੁਣ ਸਰੀ 'ਚ ਬੈਠੇ ਹਾਂ, ਰਿਚਮੰਡ ਦਾ ਏਰੀਆ, ਜਿੱਥੇ ਚਾਈਨੀਜ਼ ਮੂਲ ਦੇ ਲੋਕੀ ਬਹੁਤ ਜ਼ਿਆਦਾ ਰਹਿੰਦੇ ਆ। ਅਗਰ ਆਪਾਂ ਬ੍ਰਿਟਿਸ਼ ਕੋਲੰਬੀਆ ਦੇ ਕੋਵਿਡ ਕੇਸਿਸ ਤੇ ਡੈਥ ਦੇਖੀਏ ਤੇ ਉੱਥੇ 50% ਤੋਂ ਘੱਟ ਸਨ। ਕਿਉਂ? ਕਿਉਂਕਿ ਜਦੋਂ ਕੋਵਿਡ ਸ਼ੁਰੂ ਹੋਇਆ ਉੱਥੇ, ਕਿਉਂਕਿ ਕਾਫੀ ਤਾਈਵਾਨ ਤੋਂ ਆਏ ਆ, ਹਾਂਗਕਾਂਗ ਤੋਂ ਆਏ ਆ, ਔਰ ਚਾਈਨਾ ਤੋਂ ਆਏ ਆ, ਤਾਂ ਉੱਥੇ ਪਹਿਲਾਂ ਹੀ ਮਾਸਕ ਲਾਉਣਾ ਉਹਨਾਂ ਨੇ ਮੈਂਡੇਟਰੀ ਸੀ। ਉਸ ਪਾਸੇ ਫਿਜ਼ੀਕਲ ਡਿਸਟੈਂਸ ਉਹ ਰੱਖ ਰਹੇ ਸੀ। ਸੋ ਸਾਡੀਆਂ ਗਾਈਡਲਾਈਨਸ ਜਦ ਤੱਕ ਆਈਆਂ, ਉਸ ਤੋਂ ਪਹਿਲਾਂ ਚਾਈਨੀਜ਼ ਜਿਹੜੇ ਇੱਥੇ ਰਿਚਮੰਡ ਰਹਿੰਦੇ ਸੀ, ਉਹ ਸਾਰੀਆਂ ਚੀਜ਼ਾਂ ਕਰ ਰਹੇ ਸੀ, ਜਿਹੜੇ ਅਸੀਂ ਕੁਝ ਮਹੀਨੇ ਬਾਅਦ ਸ਼ੁਰੂ ਕੀਤੀਆਂ। ਦੂਜਾ, ਇਟਲੀ 'ਚ ਵੀ ਜਿਹੜਾ ਚਾਈਨਾ ਟਾਊਨ ਏਰੀਆ, ਉਸ ਏਰੀਆ 'ਚ ਵੀ ਸਿਰਫ 25% ਕੇਸਿਸ ਔਰ ਮੌਤਾਂ ਹੋਈਆਂ, ਕਿਉਂਕਿ ਉਹ ਸਾਰਾ ਕੁਝ ਕਰ ਰਹੇ ਸੀ। ਸੋ ਇਸ ਲਈ ਇਹ ਛੋਟੀ ਛੋਟੀ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਸੇਵ ਕਰ ਸਕਦੀਆਂ, ਟਰਾਂਸਮਿਸ਼ਨ ਜਿਹੜਾ ਹੈਗਾ ਉਹਨੂੰ ਥੱਲੇ ਰੱਖ ਸਕਦੀਆਂ। ਔਰ ਦੇਖੋ, ਵਾਇਰਸ ਕਿੱਥੇ ਗਿਆ ਨਹੀਂ, ਅਜੇ ਹੈ ਕਮਿਊਨਿਟੀ 'ਚ, ਤੇ ਸਾਨੂੰ ਪੁੱਠੇ ਛਲਾਂਗਾ ਮਾਰਨੀਆਂ ਬੰਦ ਕਰੀਏ। ਸਾਨੂੰ ਜਿਹੜੇ ਗਾਈਡਲਾਈਨਸ ਜਿਹੜੇ ਦਿੱਤੇ ਆ ਉਹ ਫੋਲੋ ਕਰੀਏ। ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਜਿਸ ਗੱਲ ਦੇ ਉੱਤੇ ਖਾਸ ਤੌਰ ਦੇ ਉੱਤੇ ਗੱਲਬਾਤ ਕਰਨੀ ਆ, ਉਹ ਸਾਡਾ ਡਾਈਜੈਸਟਿਵ ਸਿਸਟਮ। ਸਾਨੂੰ ਪਹਿਲਾ ਬੇਸਿਕ ਸਵਾਲ ਇਹ ਆ ਕਿ ਰੋਟੀ ਕਿੰਨੀ ਵਾਰੀ ਖਾਣੀ ਚਾਹੀਦੀ ਆ, ਜਾਂ ਖਾਣਾ ਜਿਹੜਾ ਜੋ ਵੀ ਕੋਈ ਖਾਂਦਾ, ਜਿਹੜਾ ਵੀ ਉਹਦਾ ਭੋਜਨ ਹੈਗਾ, ਕੀ ਉਹ ਬਾਰ-ਬਾਰ ਖਾਣਾ ਚਾਹੀਦਾ, 3 ਵਾਰੀ ਖਾਣਾ ਚਾਹੀਦਾ, ਸੌਣ ਤੋਂ ਕਿੰਨਾ ਪਹਿਲਾਂ ਖਾਣਾ ਚਾਹੀਦਾ, 2 ਖਾਣਿਆਂ ਦੇ ਵਿਚਕਾਰ ਪਾਣੀ ਰੋਟੀ ਤੋਂ ਇੱਕਦਮ ਬਾਅਦ ਪੀਣਾ ਚਾਹੀਦਾ, ਜਾਂ ਕਿਹੜੀਆਂ ਗੱਲਾਂ ਆ ਇਹਦੇ ਬੇਸਿਕ, ਇਹਦਾ ਸਿਧਾਂਤ ਕੀ ਹੈ ਜੀ? ਪਹਿਲਾਂ ਨਾ, ਇੱਥੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਡਾ ਡਾਈਜੈਸਟਿਵ ਸਿਸਟਮ, ਜਿੱਦਾਂ ਸਾਡੀ ਜ਼ਬਾਨ ਹੈਗੀ ਆ, ਸਾਡੇ ਦੰਦ ਹੈਗੇ ਆ ਜਿਹੜੇ ਚਿਊ ਕਰਦੇ ਆ, ਜਿਹੜੇ ਸਾਡੇ ਨਾ ਇੱਥੋਂ ਦੀ ਥੁੱਕ ਬਣਦਾ, ਜਬੜਿਆਂ ਦੇ ਥੱਲੇ ਗਲੈਂਡ ਹੈਗੇ ਆ, ਪੈਰੋਟਿਡ ਗਲੈਂਡ ਹੈ, ਸਬ ਮੈਂਡੀਬਲ ਤੇ ਸਬ ਲਿੰਗੁਅਲ, 3 ਸੈਟਸ ਹੈਗੇ ਆ, ਮਤਲਬ 6 ਗਲੈਂਡ ਜਿੱਥੋਂ ਥੁੱਕ ਬਣਦਾ। ਉਹਦੇ ਨਾਲ ਜਿਹੜੇ, ਹਾਂ, ਥੁੱਕ ਵੀ ਕਰੀਬਨ ਅੱਧੇ ਤੋਂ 1.5 ਲੀਟਰ ਰੋਜ਼ ਬਣਦਾ। ਔਰ ਜਦੋਂ ਅਸੀਂ ਕੁਝ ਖਾ ਰਹੇ ਹੋਈਏ ਉਦੋਂ 5 ਮਿਲੀਲੀਟਰ ਪਰ ਮਿੰਟ ਦੀ ਸਪੀਡ 'ਚ ਬਣਨਾ, ਜਦੋਂ ਆਪਾਂ ਸੋ ਜਾਂਦੇ ਹਾਂ ਉਦੋਂ 0.1 ਹੋਣਾ, ਇਨ ਬਿਟਵੀਨ 0.3 ਦੇ ਹਿਸਾਬ ਦੇ ਨਾਲ ਚੱਲਦਾ। ਸੋ ਬਿਟਵੀਨ 500 ml ਟੂ 1.5 ਲੀਟਰ ਥੁੱਕ ਬਣਦਾ। ਫਿਰ ਫੂਡ ਜਿਹੜਾ ਸਾਡੀ ਫੂਡ ਪਾਈਪ ਤੋਂ ਹੌਲੀ ਹੌਲੀ, ਉਹਨੂੰ ਕਹਿੰਦੇ ਬੋਲਸ, BOLS, ਛੋਟੇ ਛੋਟੇ ਗੋਲੇ ਬਣ ਕੇ ਨਾ ਜਾਂਦਾ, ਇਕੱਠਾ ਨਹੀਂ ਜਾਂਦਾ, ਬਲਕ ਨਹੀਂ ਤੇ ਫਸੂਗਾ, ਛੋਟੇ ਛੋਟੇ ਜਿਵੇਂ ਗੋਲੇ ਬਣ ਕੇ ਉਹਨੂੰ ਬੋਲਸ ਕਹਿੰਦੇ ਜਾਂਦਾ। ਤੇ ਮਿਹਦੇ ਦੇ ਵਿੱਚ ਜਿਹੜਾ ਹੈਗਾ ਉਹ ਐਸਿਡ ਹੈਗਾ ਸਾਡੇ ਸਟਮਕ 'ਚ। ਦੇਖੋ, ਰੇਂਜ ਹੁੰਦੀ ਹੈ, ਲੇਕਿਨ ਅਟੇ ਸੱਟੇ ਉਹਨੂੰ ਫੜ ਲਿਆ ਵੀ pH ਸਾਡਾ ਹੈਗਾ 2। ਸਾਡੇ ਫੂਡ ਪਾਈਪ ਦਾ pH 7 ਹੈਗਾ, ਸਾਡੇ ਮਿਹਦੇ ਦਾ 2 ਆ। ਔਰ ਮਿਹਦੇ ਦੇ ਵਿੱਚ ਵੀ ਕਰੀਬਨ 2 ਤੋਂ 2.5 ਲੀਟਰ ਜਿਹੜਾ ਹੈਗਾ ਉਹ ਸਕ੍ਰੀਸ਼ਨ ਬਣਦੀ ਹੈ ਐਸਿਡ ਦੀ, ਡਾਈਜੈਸਟਿਵ ਐਂਜ਼ਾਈਮਸ ਦੀ। ਉਹਦੇ ਬਾਅਦ ਜਦੋਂ ਮਿਹਦੇ ਦਾ ਥੱਲਾ ਹਿੱਸਾ, ਉਹਨੂੰ ਕਹਿੰਦੇ ਡਿਓਡਿਨਮ, ਜਿੱਥੇ C ਆਉਂਦੀ ਹੈ, DUODENUM, ਉੱਥੇ ਬਾਈਕਾਰਬੋਨੇਟ ਤੇ ਹੋਰ ਕੈਮੀਕਲਸ ਪਾਏ ਜਾਂਦੇ ਆ ਪੈਨਕ੍ਰੀਅਸ ਤੋਂ, ਲਿਵਰ ਤੋਂ, ਗੋਲਬੈਡਰ ਤੋਂ, ਤਾਂ ਕਿ pH ਫੇਰ ਉਹਦਾ 7 ਦੇ ਨਾਲ ਹੋਣਾ ਸ਼ੁਰੂ ਹੋਏ, ਤਾਂ ਕਿ ਜਦੋਂ ਆਂਤੜੀਆਂ 'ਚ ਜਾਏ ਤੇ ਉੱਤੋਂ ਐਬਜ਼ੌਰਪਸ਼ਨ ਹੋਵੇ, ਆਂਤੜੀਆਂ 'ਚ pH ਜਿਹੜਾ ਹੈਗਾ ਉਹ ਬੈਲੈਂਸ ਰਵੇ, ਨਿਊਟਰਲ ਹੋਵੇ। ਨਿਊਟਰਲ pH ਹੁੰਦਾ 7। ਜਿਹੜੀ ਸਾਡੀ ਛੋਟੀ ਆਂਤੜੀ ਆ ਉਹ ਬਹੁਤ ਵਿਸਤਾਰ ਦੇ, ਮੇਰੇ ਹਿਸਾਬ ਨਾਲ ਕਰੀਬਨ 20 ਫੁੱਟ ਲੰਬੀ ਆ, ਉਹਨੂੰ ਪੈਕ ਕਰ ਕਰਕੇ ਮਹਾਰਾਜ ਨੇ ਰੱਖਿਆ, ਔਰ 1 ਇੰਚ ਉਹਦਾ ਡਾਇਆਮੀਟਰ ਹੈਗਾ। ਉਹਦੇ ਅੰਦਰ ਜਿੱਦਾਂ ਮੇਰੀ ਉਂਗਲੀਆਂ ਮਾਈਕਰੋਸਕੋਪਿਕ, ਇਹਨੂੰ ਕਹਿੰਦੇ ਵਿਲਾਈ, VILLI, ਇਹਦੇ ਵਿੱਚ ਹੁੰਦੀ ਹੈ ਖੂਨ ਦੀ ਬਲੱਡ ਵੈਸਲਸ, ਔਰ ਬਾਹਰ ਥੋੜੇ ਫਾਈਬਰਸ ਹੁੰਦੇ ਆ, ਥੋੜੇ ਐਂਜ਼ਾਈਮਸ ਹੁੰਦੇ ਆ। ਇੱਥੋਂ ਦੀ ਖਾਣਾ ਜਿਹੜਾ ਹੈਗਾ ਐਬਜ਼ੌਰਬ ਹੋ ਕੇ ਸਾਡੇ ਬੋਡੀ 'ਚ ਜਾਂਦਾ। ਸੋ ਬੋਡੀ ਦੇ ਵਿੱਚ ਪਹਿਲੋਂ ਜਾ ਕੇ ਲਿਵਰ 'ਚ ਜਾਂਦਾ, ਪ੍ਰੋਸੈਸ ਹੁੰਦਾ, ਫਿਰ ਉਹਦੇ ਤੱਤ ਜਿਹੜੇ ਹੈਗੇ ਆ, ਜਿਹਦਾ ਪ੍ਰੋਟੀਨ ਆ, ਕਾਰਬੋਹਾਈਡਰੇਟ ਆ, ਫੈਟ ਆ, ਉਹ ਸੌਟ ਆਊਟ ਹੁੰਦੇ ਆ, ਬੋਡੀ ਨੂੰ ਪ੍ਰੋਵਾਈਡ ਕੀਤੇ ਜਾਂਦੇ ਜਿਉਂ ਜਿਉਂ ਲੋੜ ਹੈਗੀ ਆ।
ਹੁਣ ਫਿਰ ਜਦੋਂ ਛੋਟੀ ਆਂਤੜੀ ਵੱਡੀ ਆਂਤੜੀ 'ਚ ਜਾਂਦੀ ਆ, ਉੱਥੇ ਵੀ ਵਾਲਵ ਹੈਗਾ, ਉਹਨੂੰ ਕਹਿੰਦੇ ਇਲੀਓਸੀਕਲ ਵਾਲਵ। ਤੇ ਜਿਹੜੀ ਵੱਡੀ ਆਂਤੜੀ ਹੈ, ਜਿਹਨੂੰ ਆਪਾਂ ਕੋਲਨ ਵੀ ਕਹਿੰਦੇ ਆ, ਉਹ ਕਰੀਬਨ 5 ਫੁੱਟ ਲੰਬੀ ਹੁੰਦੀ ਹੈ, ਖਾਲੀ ਇੱਕੋ ਹੁੰਦੀ ਹੈ ਇਦਾਂ। ਉਹਦਾ ਡਾਇਮੀਟਰ 3 ਇੰਚ ਮੋਟਾ ਹੁੰਦਾ, ਕਾਫੀ ਮੋਟੀ ਹੁੰਦੀ ਛੋਟੀ ਆਂਤੜੀ ਨਾਲੋਂ। ਔਰ ਉਹਦਾ ਕੰਮ ਹੁੰਦਾ ਵੀ ਪਾਣੀ ਜਿਹੜਾ ਹੈਗਾ ਮਟੀਰੀਅਲ ਤੋਂ ਖਿੱਚਣਾ। ਜਦੋਂ ਨਾ ਸਮਾਨ ਸਾਡੇ ਛੋਟੀ ਆਂਤੜੀ 'ਚ ਜਾ ਰਿਹਾ ਹੁੰਦਾ, ਬਿਲਕੁਲ ਇੱਕ ਸੂਪ ਦੇ ਨਿਆਈ ਹੁੰਦਾ, ਤਾਂ ਕਿ ਉਹਦੇ 'ਚੋਂ ਰਾਸ਼ਨ ਪਾਣੀ ਸਾਡੀ ਬੋਡੀ ਖਿੱਚ ਲਏ। ਫਿਰ ਵੱਡੀ ਆਂਤੜੀ ਦਾ ਕੰਮ ਹੁੰਦਾ ਵੀ ਹੌਲੀ 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 ਉਹ ਤੋਂ ਪਾਣੀ ਖਿੱਚਣਾ। ਅੱਛਾ, ਮੈਂ ਇਹ ਦੱਸਣਾ ਚਾਹੁੰਦਾ ਸੀ, ਜਦੋਂ ਖਾਣਾ ਮੂੰਹ ਤੋਂ ਸਾਡੇ ਮਿਹਦੇ ਤੇ ਗਿਆ, ਮਿਹਦੇ ਤੋਂ ਕਰੀਬਨ 4 ਤੋਂ 5 ਘੰਟੇ 'ਚ ਹੌਲੀ 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 ਐਮਟੀ ਸਾਡੀ ਆਂਤੜੀਆਂ 'ਚ ਹੁੰਦਾ। ਛੋਟੀ ਆਂਤੜੀਆਂ 'ਚ ਕਰੀਬਨ 4 ਤੋਂ 5 ਘੰਟੇ ਲੱਗਦੇ ਆ ਪੂਰੇ ਐਬਜ਼ੌਰਪਸ਼ਨ 'ਚ। ਫਿਰ ਜਦੋਂ ਲਾਰਜ ਇੰਟੈਸਟਾਈਨ 'ਚ ਜਾਂਦਾ, ਉੱਥੇ ਜ਼ਿਆਦਾ ਟਾਈਮ ਲੱਗਦਾ, ਕਈ ਵਾਰ ਉੱਥੇ 30 ਘੰਟੇ ਤੋਂ 40 ਘੰਟੇ ਵੀ ਲੱਗ ਸਕਦੇ ਆ ਪਾਣੀ ਅਬਜ਼ੌਰਬ ਕਰਨ 'ਚ। ਹੌਲੀ ਹੌਲੀ ਸੰਘਣਾ ਹੁੰਦਾ, ਥੱਲੇ ਆਉਂਦਾ, ਤੇ ਆਪਾਂ ਉਹਨੂੰ ਬਾਹਰ ਟੱਟੀ ਦੇ ਰੂਪ ਦੇ ਵਿੱਚ ਜਿਹੜਾ ਐਕਸਕ੍ਰੀਸ਼ਨ ਕਰ ਦਿੰਦੇ ਆ। ਹੁਣ ਗੱਲ ਆਈ ਤੁਹਾਡੀ ਵੀ ਕਿੰਨੀ ਵਾਰ ਖਾਣਾ ਚਾਹੀਦਾ। ਖਾਣਾ ਜਿਹੜਾ ਹੈਲਥ ਕੈਨੇਡਾ ਕਹਿੰਦੀ ਹੈ ਵੀ 3 ਮੀਲਸ ਤੇ 3 ਸਨੈਕਸ ਰੱਖੋ, ਬ੍ਰੇਕਫਾਸਟ ਲੰਚ ਡਿਨਰ ਜ਼ਰੂਰੀ ਰੱਖੋ। ਇਨ ਬਿਟਵੀਨ ਅਗਰ ਤੁਹਾਨੂੰ ਲੋੜ ਹੈਗੀ ਹੈ ਤਾਂ ਸਨੈਕਸ ਖਾ ਸਕਦੇ ਆ। ਹੁਣ ਅਗਰ ਆਪਾਂ ਬਹੁਤ ਲੰਬਾ ਅਰਸਾ ਗੈਪ ਰੱਖਦੇ ਆ, ਤਾਂ ਜਿਹੜਾ ਮਿਹਦਾ ਖਾਲੀ ਆ ਉਹ ਵੀ ਦੁਖੀ ਆ, ਆਂਤੜੀਆਂ ਉਹ ਆਪਣਾ ਕੰਮ ਨਹੀਂ ਕਰ ਰਹੀਆਂ। ਫਿਰ ਜਦੋਂ ਭੋਜਨ ਨੈਕਸਟ ਟਾਈਮ ਆਪਾਂ ਅੰਦਰ ਪਾਉਂਦੇ ਆ, ਤੇ ਬਾਡੀ ਉਹਨੂੰ ਸਾਰਾ ਖਿੱਚ ਕੇ ਅੰਦਰ ਲੈ ਕੇ ਆਉਣਾ ਚਾਹੁੰਦੀ ਹੈ, ਕਿਉਂਕਿ ਬਾਡੀ ਪ੍ਰੀਮਿਟਿਵ ਆ। ਬਾਡੀ ਨੂੰ ਇਹ ਨਹੀਂ ਪਤਾ ਵੀ ਇਹਨਾਂ ਕੋਲ ਬਹੁਤ ਰਾਸ਼ਨ ਹੈਗਾ ਇਸ ਵੇਲੇ। ਬਾਡੀ ਸੋਚਦੀ ਪਤਾ ਨਹੀਂ ਇਹਨਾਂ ਨੇ ਖਾਦਾ ਨਹੀਂ, ਇਹ ਸ਼ਾਇਦ ਬਾਹਰ ਸੁੱਕਾ ਜਾਂ ਅਕਾਲ ਪਿਆ, ਮੈਂ ਸਾਰਾ ਕੁਝ ਰਾਸ਼ਨ ਖਿੱਚ ਕੇ ਆਪਣੇ ਬਾਡੀ 'ਚ ਸਟੋਰ ਕਰਾਂ। ਜੀ ਔਰ ਕੋਈ ਇਨਸਾਨ ਬਹੁਤ ਭਾਰਾ ਔਰ ਉਹਨੇ weight ਘਟਾਉਣਾ, ਤਾਂ ਹਰ 1.5-2 ਘੰਟੇ ਬਾਅਦ ਖਾਵੇ, ਥੋੜਾ ਥੋੜਾ ਖਾਵੇ, ਤਾਂ ਬਾਡੀ ਨੂੰ ਟ੍ਰਿਕ ਕਰਦਾ ਵੀ ਮੇਰੇ ਕੋਲ ਰਾਸ਼ਨ ਬਹੁਤ ਹੈਗਾ, ਬਾਡੀ ਐਬਜ਼ੌਰਬ ਘੱਟ ਕਰਦੀ ਆ। ਦੂਜਾ ਤੁਹਾਡਾ ਸਵਾਲ ਸੀ ਵੀ ਜਿਹੜਾ ਪਾਣੀ ਦਾ, ਦੇਖੋ ਇਹਦੇ ਵਿੱਚ ਬੜੀਆਂ ਸਾਰੀਆਂ ਧਾਰਨਾਵਾਂ ਹੈਗੀਆਂ ਵੀ ਪਾਣੀ ਤੁਹਾਡੇ ਸਲਾਈਵਾ ਜਿਹੜਾ ਥੁੱਕ ਹੈ ਉਹਨੂੰ ਡਾਇਲੂਟ ਕਰ ਦੂਗਾ, ਸਟਮਕ ਦਾ ਜਿਹੜਾ ਸੈਕ੍ਰੀਸ਼ਨ ਉਹਨੂੰ ਡਾਇਲੂਟ ਕਰ ਦੂਗਾ, ਆਂਤੜੀਆਂ 'ਚ। ਇਦਾਂ ਕੋਈ ਰਿਸਰਚ ਪ੍ਰੂਵਨ ਨਹੀਂ ਆ, ਲੇਕਿਨ ਕਾਫੀ ਸਾਇੰਟਿਸਟ ਕਹਿੰਦੇ ਆ ਵੀ ਅਗਰ ਆਪਾਂ ਥੋੜਾ ਚਿਰ ਅਟਕ ਕੇ ਖਾਣੇ ਤੋਂ ਬਾਅਦ ਪਾਣੀ ਪੀਏ, ਤਾਂ ਫਿਰ ਜਿਹੜੇ ਹੈਗੇ ਆ ਜੂਸਿਸ ਜਿਹੜੇ ਹੈਗੇ ਆ ਰਲ ਚ ਮਿਚ ਜਾਂਦੇ ਆ, ਤੇ ਤੁਹਾਡਾ ਜਿਹੜਾ ਹੈਗਾ ਡਾਈਜੈਸ਼ਨ ਹੋਰ ਪ੍ਰੋਪਰ ਹੋ ਸਕਦਾ। ਲੇਕਿਨ ਅਗਰ ਕੋਈ ਪੀ ਰਿਹਾ ਪਾਣੀ ਨਾਲ, ਫੂਡ ਖਾਣ ਦੇ ਨਾਲ ਵੀ ਪੀ ਰਿਹਾ, ਫੂਡ ਤੋਂ ਬਾਅਦ ਵੀ ਪੀ ਰਿਹਾ, ਔਰ ਉਹਦੀ ਸਿਹਤ ਠੀਕ ਹੈ, ਉਹ ਠੀਕ ਕਰ ਰਿਹਾ। ਦੂਜੀ ਗੱਲ ਸੀ ਵੀ ਪਾਣੀ ਠੰਡਾ ਪੀਣਾ, ਕੋਸਾ ਪੀਣਾ, ਗਰਮ ਪੀਣਾ। ਇਹਦੇ ਉੱਤੇ ਦੇਖੋ ਜਾਪਾਨ ਦਾ ਕਲਚਰ ਇਹ ਆ, ਈਵਨ ਤੁਸੀਂ ਚਾਈਨੀਜ਼ ਦੇ ਦੇਖੋ, ਤੁਸੀਂ ਜਦੋਂ ਚਾਈਨੀਜ਼ ਰੈਸਟੋਰੈਂਟ 'ਚ ਜਾਓਗੇ ਉਹ ਤੁਹਾਨੂੰ ਗ੍ਰੀਨ ਟੀ ਦਿੰਦੇ ਹੈ ਨਾ, ਉਹ ਤੁਹਾਨੂੰ ਪਾਣੀ ਨਹੀਂ ਦਿੰਦੇ। ਸੋ ਉਹਨਾਂ ਦਾ ਕਲਚਰ ਹੈਗਾ ਵੀ ਆਪਾਂ ਗਰਮ ਚੀਜ਼ ਜਿਹੜੀ ਹੈਗੀ ਸ਼ੁਰੂ ਤੋਂ ਪੀਣੀ ਆ, ਇੱਕ ਉਹਨਾਂ ਦੀ ਧਾਰਨਾ ਹੈਗੀ ਆ। ਜਿਹੜਾ ਨਾਰਥ ਅਮਰੀਕਨ ਕਲਚਰ ਹੈ ਉਹ ਬਰਫ਼ ਵਾਲਾ ਕਲਚਰ ਹੈ, ਪਾਣੀ 'ਚ ਆਈਸ ਪਾ ਪਾ ਕੇ ਠੰਡਾ ਕਰਕੇ ਦਿਓ। ਅਗਰ ਬਹੁਤ ਠੰਡਾ ਪਾਣੀ ਪੀਂਦੇ ਆ, ਜਿਹੜੇ ਸਾਡੇ ਫੈਟਸ ਹੈਗੇ ਉਹ ਸੋਲਿਡੀਫਾਈ ਹੋ ਜਾਂਦੇ ਆ, ਉਹਨਾਂ ਦੇ ਅਬਜ਼ਰਪਸ਼ਨ 'ਚ ਜਿਹੜਾ ਹੈਗਾ ਟਰਬਲ ਪੈ ਸਕਦੀ ਆ। ਇੱਕ ਰਿਸਰਚ ਆਈ ਸੀ, ਬਟ ਇਹਦੇ ਵਿੱਚ ਕੋਈ ਰਿਸਰਚ ਨਹੀਂ ਹੈ ਵੀ ਤੁਸੀਂ ਪਾਣੀ ਪੀ ਲਿੱਤਾ, ਗਰਮ ਪੀ ਲਿੱਤਾ ਜਾਂ ਠੰਡਾ ਪੀ ਲਿੱਤਾ। ਕਿਉਂਕਿ ਦੇਖੋ ਬਾਡੀ ਦਾ ਜਿਹੜਾ ਟੈਂਪਰੇਚਰ ਹੈਗਾ ਉਹ ਹੈਗਾ 37 ਡਿਗਰੀ ਸੈਂਟੀਗ੍ਰੇਡ। ਤੁਸੀਂ ਜਿਉਂ ਜੀ ਜਿਉਂ ਸਮਾਨ ਅੰਦਰ ਪਾਈ ਜਾਓਗੇ, ਹੌਲੀ ਹੌਲੀ ਥੋੜੇ ਟਾਈਮ ਬਾਅਦ ਉਹਨੇ ਖੁਰ ਕੇ ਬਾਡੀ ਦੇ ਟੈਂਪਰੇਚਰ 'ਚ ਹੀ ਚਲੇ ਜਾਣਾ, ਕਿਉਂਕਿ ਬਾਡੀ ਸੈਲਫ ਫੰਕਸ਼ਨਿੰਗ ਆਟੋ ਰਿਪੇਅਰ ਯੂਨਿਟ ਹੈਗੀ ਆ। ਭੋਜਨ ਓਨਾ ਹੀ ਖਾਓ ਜਿੰਨਾ ਕਿ ਤੁਹਾਨੂੰ ਭੁੱਖ ਆ, ਓਵਰ ਨਾ ਕਰੋ, ਆਪਣੇ ਆਪ ਨੂੰ ਨਾ ਤੁੰਨੋ। ਐਕਚੁਅਲੀ ਥੋੜਾ ਜਿਹਾ ਅਗਰ ਘੱਟ ਹੀ ਰੱਖੋਗੇ ਤੇ ਬਾਡੀ ਲਾਈਕ ਕਰਦੀ ਆ। ਦੂਜਾ, ਕਿੰਨੇ ਵਜੇ ਖਾਣਾ ਚਾਹੀਦਾ। ਅਗਰ ਆਪਾਂ ਰਾਤ ਦੀ ਮੀਲ ਔਰ ਸਵੇਰ ਦੇ ਬ੍ਰੇਕਫਾਸਟ ਦੇ ਵਿੱਚ ਘੱਟ ਤੋਂ ਘੱਟ 12 ਘੰਟੇ ਦਾ ਗੈਪ ਰੱਖੀਏ, ਤੇ ਇਹ ਇੱਕ ਵਧੀਆ ਚੀਜ਼ ਹੈਗੀ ਆ। ਬਹੁਤ ਸਾਰੀ ਫੈਮਲੀਜ਼ ਕਹਿੰਦੀਆਂ ਵੀ ਅਸੀਂ 6 ਵਜੇ, ਕਿਉਂਕਿ ਇਹ ਗੋਰਿਆਂ ਦਾ ਕਲਚਰ ਆ, 5 ਤੋਂ 6 ਵਜੇ ਜਦੋਂ ਕੰਮ ਤੇ ਹੁੰਦੇ ਰਾਈਟ ਵੇ ਉਹਨਾਂ ਨੇ ਖਾਣਾ ਖਾ ਲੈਣਾ, ਫਿਰ ਉਹਦੇ ਬਾਅਦ ਵਾਕ ਤੇ ਚਲੇ ਜਾਣਾ ਜੋ ਵੀ, ਫਿਰ ਉਹ ਨਹੀਂ ਖਾਂਦੇ। ਸੋ ਇਹ ਇੱਕ ਥੋੜਾ ਜਿਹਾ ਫਾਸਟਿੰਗ ਪੀਰੀਅਡ ਹੋਰ ਪ੍ਰੋਲੋਂਗ ਹੋ ਜਾਂਦਾ ਬ੍ਰੇਕਫਾਸਟ ਤੱਕ। ਐਕਚੁਅਲੀ ਇਹ ਹੈਲਦੀ ਹੈਗਾ ਬਾਡੀ ਨੂੰ, ਕਿਉਂਕਿ ਬਾਡੀ ਜਿਹੜੀ ਹੈਗੀ ਆ ਉਹ ਚੌਕੰਨੇ ਰਹਿੰਦੀ ਆ, ਉਹ ਹੰਗਰੀ ਰਹਿੰਦੀ ਆ ਵੀ ਮੈਨੂੰ ਅਗਲਾ ਮੀਲ ਮਿਲੂਗਾ। ਅਗਰ ਬਹੁਤ ਲੇਟ ਖਾ ਕੇ ਸੌਂਦੇ ਆ, ਉਹਦੇ ਬਾਅਦ ਜਦੋਂ ਆਪਾਂ ਸੌ ਗਏ, ਸਾਡੀ ਮੈਟਾਬੋਲਿਜ਼ਮ ਥੱਲੇ ਚਲੇ ਜਾਂਦੀ ਆ। ਉਹ ਜਿਹੜਾ ਸਮਾਨ ਆ ਬਹੁਤ ਔਖਾ ਫਿਰ ਬਾਡੀ ਨੂੰ ਪ੍ਰੋਸੈਸ ਕਰਕੇ ਡਾਈਜੈਸਟ ਕਰਨਾ, ਔਰ ਬਾਡੀ ਰਿਟੇਨ ਬਹੁਤ ਜ਼ਿਆਦਾ ਕਰਦੀ ਆ ਉਸ ਤੋਂ। ਸੋ ਇਸ ਲਈ ਅਰਲੀ ਖਾਣਾ ਜਿਹੜਾ ਹੈਗਾ ਉਹ ਲਾਭਵੰਦ ਹੈਗਾ। ਐਸਿਡਿਟੀ ਡਾਕਟਰ ਸਾਹਿਬ ਕਿਉਂ ਹੁੰਦੀ ਜੀ? ਸਟਮਕ ਦਾ ਜਿਹੜਾ ਪੀਐਚ ਹੈਗਾ ਉਹ 2 ਦੇ ਲਾਗੇ ਚੱਕ ਗਿਆ, ਕਈਆਂ ਦਾ 2.5-3 ਵੀ ਹੋ ਸਕਦਾ, ਕੋਈ ਹਰਜ ਨਹੀਂ ਹੈਗਾ। ਹੁਣ ਪੁਰਾਣੇ ਟਾਈਮ 'ਚ ਇਹ ਸੀ ਵੀ ਐਸਿਡ ਵੱਧ ਗਿਆ, ਕੁਛ ਨਾ ਕੁਛ ਗਲਤ ਖਾ ਲਿਆ, ਜਾਂ ਮਿਰਚਾਂ ਜ਼ਿਆਦਾ ਖਾ ਲਤੀਆਂ, ਜਾਂ ਵਗੈਰਾ ਵਗੈਰਾ। ਲੇਕਿਨ
ਇਹ ਐਕਚੁਅਲੀ ਇੱਕ ਇਨਫੈਕਸ਼ਨ ਕਰਕੇ ਹੁੰਦਾ, ਔਰ ਉਹ ਬੈਕਟੀਰੀਆ ਦਾ ਨਾਮ ਹੈਗਾ ਹੈਲੀਕੋਬੈਕਟਰ ਪਾਇਲੋਰੀ ਜਾਂ H ਪੀਰੀਅਡ PYLORI, ਜਿਹੜੀ ਆਸਟ੍ਰੇਲੀਆ ਦੇ ਇੱਕ ਸਾਇੰਟਿਸਟ ਨੇ ਰਿਸਰਚ ਕੀਤੀ ਸੀ। ਹੁਣ ਕਈ ਦਵਾਈਆਂ ਜਿਹੜੀਆਂ ਹੈਗੀਆਂ ਉਹ ਵੀ ਇੱਕ ਵਾਰੀ ਤੁਹਾਡੇ ਅੰਦਰ ਜ਼ਖਮ ਹੋ ਗਏ ਸਟਮਕ ਦੇ ਜਾਂ ਡਿਊਟਨਮ ਦੇ, ਉਹਨੂੰ ਖਰਾਬ ਕਰ ਸਕਦੀ, ਖਾਸ ਕਰਕੇ ਐਸਪਰੀਨ ਆ, ਆਈਬੂਪ੍ਰੋਫਨ ਹੈ ਜਿਹਨੂੰ ਆਪਾਂ ਐਡਵਿਲ ਜਾਂ ਮੋਟਰਿਨ ਕਹਿੰਦੇ ਆ, ਜਾਂ ਨੈਪਰੋਸਿਨ। ਸੋ ਇਹ ਦਵਾਈਆਂ ਕੁਛ ਇੱਕ ਹੈਗੀਆਂ ਜਿਹੜੀ ਤੁਹਾਡੇ ਅੰਦਰ ਆਲਰੇਡੀ ਅਗਰ ਖਰਾਬੀ ਹੈਗੀ ਉਹਨੂੰ ਖਰਾਬ ਕਰ ਸਕਦੀਆਂ, ਜਾਂ ਲੌਂਗ ਟਰਮ ਲੈਣ ਵਾਸਤੇ ਇਹਦੇ ਨਾਲ ਕਈ ਵਾਰ ਆਪਾਂ ਐਂਟੀਐਸਿਡ ਦਵਾਈ ਵੀ ਦਿੰਦੇ ਆ, ਕਈਆਂ ਨੂੰ ਦੇਣੀਆਂ ਪੈਂਦੀਆਂ। ਸੋ ਪਹਿਲਾ ਕਾਰਨ ਤੇ ਹੈਗਾ ਵੀ H ਪਾਇਲੋਰੀ। ਦੂਜਾ ਇੱਕ ਹੁੰਦਾ ਰੀਫਲਕਸ। ਰੀਫਲਕਸ ਦਾ ਅਰਥ ਹੁੰਦਾ ਜਿੱਥੇ ਨਾ ਸਾਡਾ ਖਾਣੇ ਦੀ ਨਾਲੀ ਆ ਕੇ ਮਿਹਦੇ 'ਚ ਮਿਲਣੀ ਆ ਸਟਮਕ 'ਚ। ਸਟਮਕ ਹੁੰਦਾ ਜਿੱਦਾਂ ਜੇ ਹੁੰਦਾ ਨਾ ਉਦਾਂ ਉਹਦਾ ਆਕਾਰ ਹੁੰਦਾ, ਔਰ ਉਸ ਏਰੀਆ 'ਚ ਇੱਕ ਵਾਲਵ ਹੁੰਦਾ, ਉਹਨੂੰ ਕਹਿੰਦੇ ਕਾਰਡੀਅਕ ਸਪਿੰਟਰ, CARDIAC ਸਪਿੰਟਰ। ਹੁਣ ਸਮਝੋ ਆਪਾਂ ਰੋਟੀ ਪਾਣੀ ਖਾ ਰਹੇ ਹਾਂ, ਉਦੋਂ ਖੁੱਲਦਾ, ਫਿਰ ਜਦੋਂ ਆਪਾਂ ਖਾ ਪੀ ਲਿੱਤਾ ਉਹ ਬੰਦ ਹੋ ਜਾਂਦਾ। ਉਹਦੇ ਬਾਅਦ ਆਪਾਂ ਸਿਰ ਥੱਲੇ ਲੱਤਾਂ ਉੱਤੇ ਕਰੀਏ ਕੁਝ ਲੀਕ ਨਹੀਂ ਹੋਊਗਾ। ਲੇਕਿਨ ਕਈਆਂ ਦਾ ਉਹ ਵਾਲ ਥੋੜਾ ਜਿਹਾ ਲੂਸ ਹੁੰਦਾ, ਇਸ ਲਈ ਐਸਿਡ ਥੋੜਾ ਉੱਤੇ ਨੂੰ ਹੁੰਦਾ। ਜਿੱਦਾਂ ਦੇਖੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਜਿਹੜਾ ਖਾਣੇ ਦੀ ਨਾਲੀ ਆ, ਫੂਡ ਪਾਈਪ ਜਿਹਨੂੰ ਆਪਾਂ ਈਸੋਫੇਗਸ ਵੀ ਕਹਿੰਦੇ ਆ, ਉਹਦੇ ਵਿੱਚ ਨਿਊਟਰਲ pH 7, ਜਿਹੜਾ ਸਟਮਕ ਆ ਉਹ 'ਚ 2 ਆ। ਸੋ ਜਿਹੜਾ ਸਟਮਕ ਤੋਂ ਐਸਿਡ ਉੱਤੇ ਨੂੰ ਹੁੰਦਾ ਫਿਰ ਮੱਚਦਾ, ਉਹ ਫੀਲਿੰਗ ਹੁੰਦੀ ਆ ਵੀ ਸਾਡੇ ਸਾੜ ਪੈਂਦੀ ਆ ਛਾਤੀ ਦੇ ਇੱਥੇ, ਕਈ ਵਾਰ ਮੂੰਹ ਤੱਕ ਵੀ ਉਹਨਾਂ ਦੇ ਫੂਡ ਐਦਾਂ ਲਿਕੁਇਡ ਆਉਣ ਨੂੰ ਹੁੰਦਾ। ਤਾਂ ਉਹਦੇ ਲਈ ਇਹ 2-3 ਚੀਜ਼ਾਂ ਕੀਤੀਆਂ ਜਾ ਸਕਦੀਆਂ। ਪਹਿਲਾਂ ਤਾਂ ਜਿਹੜਾ ਤੁਹਾਡਾ ਬੈੱਡ ਦਾ ਐਂਡ ਆ ਉਹ ਭਾਵੇਂ ਥੱਲੇ ਫੋਨ ਬੁੱਕਾਂ ਪਾਓ ਤਾਂ ਕਿ 30 ਡਿਗਰੀ 'ਚ ਹੋਏ, ਤਾਂ ਕਿ ਜਿਹੜਾ ਹੈਗਾ ਬੋਡੀ ਦਾ ਜਿਹੜਾ ਐਸਿਡ ਥੱਲੇ ਨੂੰ ਜਾਵੇ ਸਟਮਕ ਦੇ ਏਰੀਆ ਨੂੰ, ਬਜਾਏ ਕਿ ਉੱਤੇ ਨਾ ਆਵੇ। ਦੂਜਾ ਛੋਟੀ ਮੀਲਸ ਖਾਓ, ਕਿਉਂਕਿ ਅਗਰ ਢਿੱਡ ਬਹੁਤ ਓਵਰਲੋਡ ਹੋ ਗਿਆ ਤਾਂ ਉੱਤੇ ਨੂੰ ਆਫਰ ਕੇ ਸਮਾਨ ਉੱਤੇ ਨੂੰ ਆ ਰਿਹਾ। ਤੀਜਾ H ਪਾਇਲੋਰੀ ਦਾ ਟੈਸਟ ਕਰਾਓ। ਚੌਥਾ, ਅਗਰ ਉਹ ਟੈਸਟ ਠੀਕ ਵੀ ਤੁਹਾਡਾ ਨਾਰਮਲ ਆ ਗਿਆ, ਫਿਰ ਤੁਹਾਡੇ ਲਾਈਫਸਟਾਈਲ ਚੇਂਜਸ ਦੇ ਨਾਲ ਫਰਕ ਪੈ ਸਕਦਾ, ਜਾਂ ਪਲੇਨ ਸਿੰਪਲ ਐਂਟੀਐਸਿਡ ਲੈ ਸਕਦੇ। ਅਗਰ ਉਹ ਪੋਜ਼ਿਟਿਵ ਹੁੰਦਾ ਤੇ ਉਹਦੇ ਲਈ 2 ਐਂਟੀਬਾਇਓਟਿਕ ਹੁੰਦੀਆਂ ਤੇ ਐਂਟੀਐਸਿਡ ਦਵਾਈ ਹੁੰਦੀ ਹੈ, ਫਿਰ ਉਹਦਾ ਖਾਤਮਾ ਹੋ ਜਾਂਦਾ ਤੇ ਤੁਸੀਂ ਠੀਕ ਵੀ ਹੋ ਸਕਦੇ ਹੋ। ਸੋ ਇਹ ਕੁਛ ਇੱਕ ਕਾਰਨ ਹੈਗੇ ਸੀ ਐਸਿਡ ਦੇ। ਸਟ੍ਰੈਸ ਵੀ ਇੱਕ ਕਾਰਨ ਜਿਹੜਾ ਹੈਗਾ ਉਹ ਮੰਨਿਆ ਗਿਆ। ਸੋ ਵਜਨ ਠੀਕ ਹੋਣਾ, ਸਟ੍ਰੈਸ ਦਾ ਘੱਟ ਹੋਣਾ, ਤੁਹਾਡਾ ਖਾਣਾ ਠੀਕ ਹੋਣਾ, H ਪਾਇਲੋਰੀ ਦਾ ਚੈੱਕ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਅਸੀਂ ਕੱਲ੍ਹ ਇਸ ਗੱਲਬਾਤ ਨੂੰ ਅੱਗੇ ਜਾਰੀ ਰੱਖਾਂਗੇ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ। ਹੱਸਦੇ ਰਹੋ, ਵਸਦੇ ਰਹੋ, ਮਹਾਰਾਜ ਕਿਰਪਾ ਕਰੇ। ਔਰ 2 ਪ੍ਰਕਾਰ ਦੇ ਭੋਜਨ ਹੁੰਦੇ ਆ, ਇੱਕ ਸਰੀਰ ਵਾਸਤੇ ਹੁੰਦਾ ਤੇ ਦੂਜਾ ਆਤਮਾ ਵਾਸਤੇ, ਜਿਹਨੂੰ ਆਪਾਂ ਭਜਨ ਕਹਿੰਦੇ ਆ। ਭੋਜਨ ਔਰ ਭਜਨ ਦੋਵਾਂ ਦਾ ਸੇਵਨ ਸਹੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਸਤੋ, ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਕੱਲ੍ਹ ਜਿੱਥੇ ਅਸੀਂ ਤੁਹਾਡੇ ਨਾਲ ਕੁਝ ਖਬਰਾਂ ਸਾਂਝੀਆਂ ਕਰਾਂਗੇ, ਉੱਥੇ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਇਹ ਡਾਈਜੈਸ਼ਨ ਦਾ ਅਗਲਾ ਪਾਰਟ, ਕਬਜ਼ ਕੀ ਹੁੰਦੀ ਆ। ਬਹੁਤ ਸਾਰੇ ਲੋਕ ਕਹਿੰਦੇ ਇਹੀ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਆ। ਇਹਨੂੰ ਕਿੱਦਾਂ ਬਚਿਆ ਜਾ ਸਕਦਾ, ਡਾਈਜੈਸ਼ਨ ਨੂੰ ਠੀਕ ਕਿੱਦਾਂ ਰੱਖਿਆ ਜਾ ਸਕਦਾ, ਕਿਹੜਾ ਖਾਣਾ ਜਿਹੜਾ ਜਲਦੀ ਹਜਮ ਹੁੰਦਾ, ਕਿਹੜਾ ਖਾਣਾ ਦੇਰ ਤੱਕ ਹਜਮ ਹੁੰਦਾ, ਇਹਨਾਂ ਗੱਲਾਂ ਬਾਤਾਂ ਬਾਰੇ ਕੱਲ੍ਹ ਅਸੀਂ ਖਾਸ ਤੌਰ 'ਤੇ ਗੱਲਬਾਤ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।